डेरा सिरसा दे ਜਿਹੜੇ ਲੋਕ ਨੇ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਿੱਖ ਕੌਮ ਦਾ ਹੀ ਨਹੀਂ, ਮੈਂ ਕਹਿੰਦਾ ਕਿ ਪੰਜਾਬੀਆਂ ਦਾ ਨਹੀਂ, ਹਰਿਆਣਵੀਆਂ ਦਾ ਨਹੀਂ, ਬਹੁਤ ਸਾਰੀ ਮਨੁੱਖਤਾ ਦਾ ਵੱਡਾ ਘਾਣ ਕੀਤਾ। ਇਹ ਡੇਰਾਵਾਦ ਜਿਹੜਾ ਹੈਗਾ ਇਹ ਓਵਰਨਾਈਟ ਸਡਨਲੀ ਇਹ ਹੋ ਗਿਆ, ਕਿਸੇ ਨੂੰ ਕੰਨੋ ਕੰਨ ਖਬਰ ਨਹੀਂ ਹੋਈ, ਪਤਾ ਨਹੀਂ ਲੱਗਿਆ। ਸਿੱਖ ਧਰਮ ਦੇ ਜਿਹੜੀ ਵਿਚਾਰਧਾਰਾ ਹੈ ਉਹਨੂੰ ਗੰਧੜੀ ਕਰਨ ਵਾਸਤੇ, ਉਹਨੂੰ ਨੁਕਸਾਨ ਪਹੁੰਚਾਉਣ ਵਾਸਤੇ ਸਿੱਖਾਂ ਦੇ ਮਨਾਂ ਦੇ ਵਿੱਚੋਂ ਗੁਰੂ ਦੀ ਜਿਹੜੀ ਮਰਿਆਦਾ ਹੈ, ਗੁਰੂ ਦਾ ਜਿਹੜਾ ਸਤਿਕਾਰ ਹੈ, ਗੁਰੂ ਨਾਲ ਜਿਹੜਾ ਪਿਆਰ ਹੈ, ਉਹਨੂੰ ਦੂਰ ਕਰਨ ਵਾਸਤੇ ਤੁਸੀਂ ਆਪਣਾ ਪ੍ਰਚਾਰ ਕਰੋ ਔਰ ਉਹ ਸਾਰਾ ਪ੍ਰਚਾਰ ਹੁੰਦਾ ਰਿਹਾ। ਤੁਸੀਂ ਵੇਖ ਲਓ, ਕੋਈ ਡੇਰਾ ਵੇਖ ਲਓ ਜਿੱਥੇ ਦਮੜੀ ਤੇ ਚਮੜੀ ਦਾ ਵਪਾਰ ਨਹੀਂ ਹੁੰਦਾ। ਬੀਬੀਆਂ ਦੀ ਇੱਜ਼ਤ ਲੁੱਟੀ ਜਾਂਦੀ ਹੈ ਔਰ ਜਿਹੜੇ ਉੱਥੇ ਮਨੁੱਖ ਜਾਂਦੇ ਨੇ ਉਹਨਾਂ ਦੀ ਜੇਬੇ ਜਿਹੜੇ ਹੈਗੇ ਨੇ ਉਹ ਕੱਟੇ ਜਾਂਦੇ ਨੇ। ਕੁਝ ਲੋਕ ਇਹੋ ਜਿਹੇ ਵੀ ਹੈ ਜਿਨ੍ਹਾਂ ਨੂੰ ਕਿਸੇ ਸਰਕਾਰਾਂ ਦਾ ਮਤਲਬ ਨਹੀਂ ਹੈਗਾ, ਉਹਨਾਂ ਨੂੰ ਸਿਰਫ ਅਸ਼ਾਂਤੀ ਦਾ ਮਤਲਬ ਹੈ ਕਿ ਪੰਜਾਬ ਦੇ ਵਿੱਚ ਅਸ਼ਾਂਤੀ ਦਾ ਮਾਹੌਲ ਬਣਿਆ ਰਹੇ। ਉਹ ਆਪਣੀਆਂ ਉਹਨਾਂ ਦੀਆਂ ਰੋਟੀਆਂ ਸੇਕਦੀਆਂ। ਸਿੱਖ ਪੰਥ ਦੇ ਡਾਊਨਫਾਲ ਦਾ ਕਾਰਨ ਪੋਲੀਟੀਕਲ ਲੋਕਾਂ ਨੇ ਆਪਣੇ ਹੱਥ 'ਚ ਲਿਆ। ਇਹਦੇ ਵਿੱਚ ਜਿਹੜੀ ਜ਼ਿੰਮੇਵਾਰੀ ਬਣਦੀ ਸੀ ਸ਼੍ਰੋਮਣੀ ਕਮੇਟੀ ਦੀ 100 ਸਾਲ ਦੇ ਵਿੱਚ ਕੋਈ ਇਹੋ ਜਿਹੀ ਅਚੀਵਮੈਂਟ ਗਿਣਾ ਦੇਣ ਜਿਹਦੇ ਨਾਲ ਸਾਡੀ ਸਿੱਖ ਪੰਥ ਚੜ੍ਹਦੀ ਕਲਾ 'ਚ ਗਿਆ ਵੇ। ਜਿਹੜੀ ਉਹਨੇ ਕਦੀ ਚਿੱਠੀ ਨਹੀਂ ਲਿਖੀ, ਕਦੀ ਨਹੀਂ ਕੋਈ ਗੱਲ ਕੀਤੀ, ਕੋਈ ਮਾਫੀ ਨਹੀਂ ਮੰਗੀ, ਅਕਾਲ ਤਖਤ ਸਾਹਿਬ ਤੇ ਨਹੀਂ ਆਇਆ, ਉਹਨੂੰ ਕੋਈ ਸਜ਼ਾ ਨਹੀਂ ਲੱਗੀ, ਤੇ ਫੇਰ ਭਾਈ ਸਾਹਿਬ ਜੀ ਇਹਨਾਂ ਨੇ ਉਹਨੂੰ ਮਾਫ ਕਿਉਂ ਕਰ ਦਿੱਤਾ? ਜੇਲ੍ਹ ਦੇ ਨਿਯਮਾਂ 'ਚ ਅਮੈਂਡਮੈਂਟ ਕੀਤੀ ਗਈ, ਯੂ ਗੋ ਥਰੂ ਦਾ ਰੂਲਸ, ਉਹਨਾਂ 'ਚ ਅਮੈਂਡਮੈਂਟ ਕੀਤੀ ਗਈ ਹੈ ਤਾਂ ਕਿ ਪੈਰੋਲ ਤੇ ਆਇਆ ਜਾ ਸਕੇ। ਸਾਡੇ ਬੱਚੇ ਪੰਜਾਬ 'ਚ ਰਹਿਣ ਨੂੰ ਤਿਆਰ ਨਹੀਂ, ਤੇ ਬਾਹਰ ਖਾਸ ਕਰਕੇ ਪਹਿਲਾਂ ਵੀ ਸਿੱਖਾਂ ਦੇ ਜਾਂਦੇ ਬੱਚੇ ਪੰਜਾਬ 'ਚੋਂ ਬਾਹਰ ਜਾ ਰਹੇ। ਉਹਦਾ ਹੱਲ ਕੀ ਹੈ? ਉਹਦੀ ਜ਼ਿੰਮੇਵਾਰੀ ਕਿਹਦੀ ਸੀਗੀ ਕਿ ਅਸੀਂ UPSC ਸੈਂਟਰ ਨਾ ਤੇ ਖੋਲ੍ਹ ਕੇ IELTS ਸੈਂਟਰ ਖੋਲ੍ਹਣ ਨੂੰ ਚਾਹੀਦੇ ਆ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਪੰਜਾਬ ਦਾ ਬਹੁਤ ਵੱਡਾ ਤੇ ਭਾਵਕ ਮੁੱਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜਦੋਂ ਵੀ ਜ਼ਿਕਰ ਆਉਂਦਾ ਹੈ ਤਾਂ ਗੱਲ ਜਾ ਕੇ ਸਿਰਸਾ ਦੇ ਡੇਰੇ ਨਾਲ ਜਾ ਜੁੜਦੀ ਹੈ। ਕਦੇ ਜਿਹੜਾ ਡੇਰਾ ਮੁਖੀ ਹੈ ਉਹਦੀ ਪੈਰੋਲ ਦੀ ਗੱਲ ਹੋਵੇ, ਕਦੇ ਉਸ ਲਈ ਕੰਸੈਸ਼ਨ ਜਾਂ ਰਹਿਤਾਂ ਦੀ ਗੱਲ ਹੋਵੇ, ਜਾਂ ਦੂਰੇ ਮਾਪਦੰਡਾਂ ਦੀ ਸਵਾਲ ਦੀ ਗੱਲ ਹੋਵੇ ਕਿ ਕੁਝ ਨੇਤਾ ਆਪਣੇ ਤੌਰ ਤੇ ਜਿਹੜੇ ਵਿਰੋਧ ਕਰਦੇ ਆ ਡੇਰਿਆਂ ਦਾ, ਪਰ ਜੇ ਮੌਕਾ ਮਿਲਦਾ ਤਾਂ ਉੱਥੇ ਆਪਣੇ ਮੱਥੇ ਘਸਾਉਣ ਤੋਂ ਵੀ ਬਾਜ਼ ਨਹੀਂ ਆਉਂਦੇ। ਨਜ਼ਰੀਆ ਆਪਣਾ ਆਪਣਾ ਹੋ ਸਕਦਾ ਹੈ, ਪਰ ਇਹਨਾਂ ਮੁੱਦਿਆਂ 'ਤੇ ਸਵਾਲ ਤਾਂ ਉੱਠਦੇ ਹੀ ਰਹਿਣਗੇ। ਕਿਸੇ ਨੂੰ ਡੇਰੇ 'ਚ ਜਾਣ ਜਾਂ ਨਾ ਜਾਣ ਦੀ, ਜਿੱਦਾਂ ਕਿਹਾ ਜਾਂਦਾ ਹੈ ਕਿ ਜਾਤੀ ਉਸ ਦੀ ਆਜ਼ਾਦੀ ਹੋ ਸਕਦੀ ਹੈ, ਪਰ ਇਸ ਆਜ਼ਾਦੀ ਦਾ ਅਧਿਕਾਰ ਕਿਸੇ ਨੂੰ ਨਹੀਂ ਦਿੱਤਾ ਗਿਆ ਕਿ ਕਿਸੇ ਦੂਜੇ ਧਰਮ ਦੀ, ਉਹਦੀ ਆਸਥਾ ਦੀ ਜਾ ਕੇ ਬੇਅਦਬੀ ਕੀਤੀ ਜਾਵੇ। ਮੈਂ ਬਹਿਸ ਸ਼ੁਰੂ ਕਰਨ ਤੋਂ ਪਹਿਲਾਂ ਹਰਿਆਣਾ ਦੇ ਜਿਹੜੇ ਮੁੱਖ ਮੰਤਰੀ ਆ ਉਹਨਾਂ ਦੀ ਇੱਕ ਡਾਇਲਾਗ ਨਾਲ ਜ਼ਰੂਰ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਨ ਤੋਂ ਬਾਅਦ ਆਪਾਂ ਬਹਿਸ 'ਤੇ ਆਉਣੇ ਹਾਂ। ਹਰਿਆਣਾ ਦੇ ਮੁੱਖ ਮੰਤਰੀ ਦਾ ਕਹਿਣਾ ਕਿ ਅਸੀਂ ਕਿਸੇ ਨੂੰ ਡੇਰੇ ਤੋਂ ਜਾਣ ਤੋਂ ਨਹੀਂ ਰੋਕ ਸਕਦੇ। ਬਿਲਕੁਲ ਵਾਜਬ। ਖੱਟੜ ਸਾਹਿਬ, ਇਸ ਗੱਲ ਤੋਂ ਤਾਂ ਰੋਕਿਆ ਜਾ ਸਕਦਾ ਹੈ ਕਿ ਕਿਸੇ ਦੂਜੇ ਧਰਮ ਦੀ, ਗ੍ਰੰਥ ਸਾਹਿਬ ਦੀ, ਉਹਨਾਂ ਦੀ ਆਸਥਾ ਦੀ ਬੇਅਦਬੀ ਕਿਉਂ ਹੋਵੇ, ਇਹ ਤਾਂ ਬਰਦਾਸ਼ਤ ਨਹੀਂ ਕਰੇਗਾ ਕੋਈ। ਸੋ ਸਵਾਲ ਇਸ ਗੱਲ 'ਤੇ ਹੈ, ਸਵਾਲ ਡੇਰੇ 'ਚ ਜਾਣ ਜਾਂ ਰੋਕਣ ਦਾ ਸਵਾਲ ਨਹੀਂ ਹੈ। ਇਹਨਾਂ ਮੁੱਦਿਆਂ 'ਤੇ ਮੇਰੇ ਨਾਲ ਪੈਨਲ ਜਿਹੜੇ ਚਰਚਾ, ਸਾਡੇ ਮਹਿਮਾਨ ਜਿਹੜੇ ਇਸ ਵੇਲੇ ਜੁੜ ਚੁੱਕੇ ਹੈ, ਜਿਨ੍ਹਾਂ 'ਚ ਕਰਨੈਲ ਸਿੰਘ ਪੀਰ ਮੁਹੰਮਦ ਨੇ, ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਹੈ, ਸਿੱਖ ਜਗਤ ਦੀ ਜਾਣੀ ਪਹਿਚਾਣੀ ਹਸਤੀ ਹੈ। ਸਾਡੇ ਨਾਲ ਦੂਜੇ ਮਹਿਮਾਨ ਗੁਰਦੀਪ ਸਿੰਘ ਗੋਸ਼ਾ ਜੀ, ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਜ਼ਰੂਰ ਨੇ, ਪਰ ਸਿੱਖ ਭਾਈਚਾਰੇ, ਸਿੱਖ ਜਗਤ ਦੇ ਅੰਦਰ ਉਹਨਾਂ ਦੀ ਆਪਣੀ ਇੱਕ ਪਹਿਚਾਣ ਹੈ। ਸਾਡੇ ਨਾਲ ਤੀਜੇ ਮਹਿਮਾਨ ਡਾਕਟਰ ਮਦਨ ਸੋਹਤਾ, ਸਿੱਖ ਵਿਦਵਾਨ, ਇੱਦਾਂ ਹੀ ਜਿਹੜਾ ਸਿੱਖ ਭਾਈਚਾਰੇ ਦਾ ਜਾਣਿਆ ਪਛਾਣਿਆ ਚਿਹਰਾ ਗੁਰਪ੍ਰਤਾਪ ਸਿੰਘ ਰਿਆੜ। ਜਦੋਂ ਦੇ ਅਸੀਂ ਚੰਡੀਗੜ੍ਹ 'ਚ ਵਿਚਰਨਾ ਸ਼ੁਰੂ ਕੀਤਾ ਹੈ, ਇਹਨਾਂ ਦੀ ਲੀਡਰਸ਼ਿਪ ਨੂੰ ਇਸੇ ਤਰ੍ਹਾਂ ਦੇਖਦੇ ਤੁਰੇ ਆ ਰਹੇ ਹਾਂ। ਸਾਰੇ ਮਹਿਮਾਨਾਂ ਦਾ ਮੈਂ ਤੁਹਾਡੇ ਵੱਲੋਂ ਵੈਲਕਮ ਕਰਦਾ ਹਾਂ, ਜੀ ਆਖਦਾ ਹਾਂ। ਪੀਰ ਮੁਹੰਮਦ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਜਦੋਂ ਆਪਾਂ ਡੇਰੇ ਦੀ ਗੱਲ ਕਰਦੇ ਹਾਂ, ਅਕਸਰ ਇਹ ਕਿਹਾ ਜਾਂਦਾ ਕਿ ਇਹਨਾਂ ਮੁੱਦਿਆਂ 'ਤੇ ਰਾਜਨੀਤੀ ਕੀਤੀ ਜਾਂਦੀ ਹੈ। ਵੱਡੇ ਸਵਾਲਾਂ ਨੂੰ ਲੈ ਕੇ ਫਿਰ ਰਾਜਨੀਤੀ ਨਾਲ ਕਿਉਂ ਜੁੜਿਆ ਜਾਂਦਾ ਹੈ ਤੇ ਕੌਣ ਕਰਦਾ ਇਹਨਾਂ ਮੁੱਦਿਆਂ ਦੇ ਉੱਤੇ ਰਾਜਨੀਤੀ? ਪੀਰ ਮੁਹੰਮਦ ਜੀ। ਦੇਖੋ,
ਡੇਰਿਆਂ ਨੂੰ ਪਹਿਲਾਂ ਸਮਝਣਾ ਪਵੇਗਾ ਕਿ ਡੇਰਾਵਾਦ ਜਿਹੜਾ ਇੱਕ ਸ਼ਬਦ ਹੈ, ਲਗਾਤਾਰ ਪਿਛਲੇ, ਮੇਰਾ ਖਿਆਲ ਹੈ ਕਿ ਪਿਛਲੇ 30-35 ਸਾਲਾਂ ਤੋਂ ਬਹੁਤ ਜ਼ਿਆਦਾ ਪ੍ਰਚਲਿਤ ਹੋਇਆ। ਤੇ ਹੁਣ ਇਹ ਡੇਰਾਵਾਦ ਦਾ ਜਿਹੜਾ ਨਾਮ ਹੈ, ਇਸ ਦੇ ਨਾਲ ਪੰਜਾਬ ਦੇ ਲੋਕਾਂ ਨੇ ਨਹੀਂ, ਦੇਸ਼ ਦੇ ਲੋਕਾਂ ਨੇ ਬਹੁਤ ਵੱਡਾ ਸੰਤਾਪ ਹੀ ਹੰਢਾਇਆ। ਲੇਕਿਨ ਜਿਹੜੀ ਸਭ ਤੋਂ ਵੱਡੀ ਗੱਲ ਇਹ ਆ ਕਿ ਡੇਰਾਵਾਦ ਜਿਹੜਾ ਪੰਜਾਬ ਦੀ ਧਰਤੀ ਤੇ ਆ, ਜਾਂ ਪੰਜਾਬ ਦੇ ਨਾਲ ਹਰਿਆਣਾ ਹੈ, ਜਿਹੜੇ 2-3 ਸਟੇਟਾਂ ਨੇ, ਇਹਨਾਂ ਦੇ ਵਿੱਚ ਡੇਰਾਵਾਦ ਦੀ ਆਪਾਂ ਜਦੋਂ ਗੱਲ ਕਰਦੇ ਆ ਤਾਂ ਦੇਖੋ 3 ਗੱਲਾਂ ਨੂੰ ਚੰਗੀ ਤਰ੍ਹਾਂ ਸਮਝਣਾ ਪਵੇਗਾ। ਇੱਕ ਹੈਗੇ ਆ ਕਾਰ ਸੇਵਾ ਵਾਲੇ ਡੇਰੇ, ਜਿਹੜੇ ਕਿ ਆਪਣੇ ਜਿੰਨੀਆਂ ਵੀ ਧਾਰਮਿਕ ਆਪਣੇ ਬਿਲਡਿੰਗਾਂ ਨੇ ਉਹਨਾਂ ਨੂੰ ਬਣਾਉਂਦੇ ਆ। ਉਹਨਾਂ ਦੀ ਆਪਣੀ ਸਿੱਖ ਕੌਮ ਦੇ ਵਿੱਚ, ਪੰਜਾਬੀਆਂ ਦੇ ਵਿੱਚ ਔਰ ਦੇਸ਼ ਦੁਨੀਆ ਦੇ ਵਿੱਚ ਇੱਕ ਆਪਣੀ ਥਾਂ ਹੈ, ਉਹਨਾਂ ਦਾ ਸਤਿਕਾਰ ਹੈ, ਕਿਉਂਕਿ ਉਹਨਾਂ ਨੇ ਬਹੁਤ ਸਾਰੇ ਐਜੂਕੇਸ਼ਨ ਅਦਾਰੇ, ਬਹੁਤ ਸਾਰੇ ਹਸਪੀਟਲ, ਬਹੁਤ ਸਾਰੀਆਂ ਸੰਸਥਾਵਾਂ, ਜਿਹੜੀਆਂ ਬਿਲਡਿੰਗਾਂ ਨੇ ਉਹਨਾਂ ਨੂੰ ਬਣਾਇਆ। ਦੂਸਰੇ ਨੇ ਜਿਹੜੀਆਂ ਸਥਾਪਿਤ ਆਪਣੀਆਂ ਪੰਜਾਬ ਦੇ ਵਿੱਚ ਧਿਰਾਂ ਨੇ, ਜਿਹੜੀਆਂ ਪੰਥਕ ਜਥੇਬੰਦੀਆਂ ਦੇ ਤੌਰ ਦੇ ਉੱਤੇ ਸੰਪਰਦਾਵਾਂ ਦੇ ਰੂਪ ਦੇ ਵਿੱਚ ਵਿਚਰਦੀਆਂ ਨੇ, ਜਿਵੇਂ ਦਮਦਮੀ ਟਕਸਾਲ ਹੈ, ਉੱਥੇ ਵੀ ਇੱਕ ਡੇਰਾ ਹੈ। ਔਰ ਇਸੇ ਤਰ੍ਹਾਂ ਨਿਹੰਗ ਸਿੰਘ ਜਥੇਬੰਦੀਆਂ ਦਾ ਜਿਹੜੇ ਆਪਣੇ ਅਲੱਗ-ਅਲੱਗ ਡੇਰੇ ਬਣੇ ਹੋਏ ਆ। ਲੇਕਿਨ ਜਿਸ ਡੇਰੇ ਦੀ ਆਪਾਂ ਅੱਜ ਗੱਲ ਕਰਨ ਜਾ ਰਹੇ ਹਾਂ, ਉਹ ਡੇਰਾ ਹੈ ਜਿਵੇਂ ਡੇਰਾ ਸਿਰਸਾ ਜਾਂ ਡੇਰਾ ਨੂਰ ਮਹਿਲ ਹੈ, ਆਸ਼ੂਤੋਸ਼ ਭੰਡਾਰੇ ਵਾਲਾ। ਇਹ ਜਿਹੜੇ ਡੇਰੇ ਸੀ, ਜਾਂ ਜਿਹੜੇ ਨਿਰੰਕਾਰੀਆਂ ਨੇ ਡੇਰੇ ਬਣਾਏ, ਜਾਂ ਈਵਨ ਰਾਧਾ ਸਵਾਮੀਆਂ ਨੇ ਜਿਹੜੇ ਆ ਦੇਖੋ ਪੰਜਾਬ ਦੇ ਵਿੱਚ ਜਾਂ ਇੱਧਰ ਉੱਧਰ ਕਈ ਥਾਵਾਂ ਦੇ ਉੱਤੇ ਜਿਹੜੇ ਬਣਾਏ ਆ, ਕਿ ਜਿਹੜਾ ਗੁਰੂ ਡੰਮ ਦਾ ਪ੍ਰਚਾਰ ਜਿਹੜਾ ਹੈ ਉਹ ਆਪਣੇ ਢੰਗ ਦੇ ਨਾਲ ਕਰਦੇ ਆ। ਉਹ ਵਿਅਕਤੀਗਤ ਵਿਅਕਤੀ ਨੂੰ ਅਹਿਮੀਅਤ ਦਿੰਦੇ ਨੇ ਕਿ ਆਹ ਪਾਰਟੀਕੂਲਰ ਸਾਡਾ ਗੁਰੂ ਹੈ, ਅਸੀਂ ਇਹਦੇ ਅਨੁਯਾਈ ਹਾਂ। ਜਦੋਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਚੱਲਣ ਵਾਲਾ ਕੋਈ ਵੀ ਮਨੁੱਖ ਜਿਹੜਾ, ਉਸ ਦਾ ਕੇਵਲ ਤੇ ਕੇਵਲ ਆਸਰਾ ਜਿਹੜਾ ਹੈ ਉਹ ਕਿਸੇ ਡੇਰੇ ਤੇ ਨਹੀਂ, ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ। ਸੋ ਇਹ ਜਿਹੜਾ ਡੇਰਾਵਾਦ ਦੇ ਵਿੱਚ ਮੌਜੂਦਾ ਜਿਹੜਾ ਸੰਤਾਪ ਅਸੀਂ ਹੰਢਾ ਰਹੇ ਹਾਂ, ਉਸ ਦੇ ਵਿੱਚ ਹੁਣ ਮੌਜੂਦਾ ਸਮੇਂ ਦੇ ਵਿੱਚ ਡੇਰਾ ਸਿਰਸਾ ਦੀ ਗੱਲ ਕਰ ਲਈਏ। ਡੇਰਾ ਸਿਰਸਾ ਦੇ ਜਿਹੜੇ ਲੋਕ ਨੇ, ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਿੱਖ ਕੌਮ ਦਾ ਹੀ ਨਹੀਂ, ਮੈਂ ਕਹਿੰਦਾ ਕਿ ਪੰਜਾਬੀਆਂ ਦਾ ਨਹੀਂ, ਹਰਿਆਣਵੀਆਂ ਦਾ ਨਹੀਂ, ਬਹੁਤ ਸਾਰੀ ਮਨੁੱਖਤਾ ਦਾ ਵੱਡਾ ਘਾਣ ਕੀਤਾ। ਸੋ ਉਸ ਦੇ ਬਾਰੇ ਜਦੋਂ ਆਪਾਂ ਡੇਰਾਵਾਦ ਦੀ ਗੱਲ ਕਰਦੇ ਹਾਂ, ਤੇ ਮੈਂ ਮਹਿਸੂਸ ਕਰਦਾ ਕਿ ਸਾਨੂੰ ਕੁਝ ਨਿਖੇੜਾ ਵੀ ਕਰਨਾ ਪਵੇਗਾ। ਇੱਕ ਤਾਂ ਉਹ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਨੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਕਰਨ ਵਾਲੇ ਲੋਕ ਨੇ, ਉਹਨਾਂ ਨਾਲੋਂ ਤੇ ਜਿਹੜਾ ਦੂਜਾ ਡੇਰਾਵਾਦ ਹੈ, ਉਸ ਦਾ ਜਿਹੜਾ ਇੱਕ ਸਾਨੂੰ ਸਕਰੀਨ ਕਰਨੀ ਪਵੇ। ਪੀਰ ਮਾਮਾ ਜੀ, ਮੈਂ ਇੱਕ ਸਵਾਲ ਤੁਹਾਨੂੰ, ਪੀਰ ਮਾਮਾ ਜੀ ਆਈ ਐਮ ਸੌਰੀ ਮੈਂ ਵਿੱਚੋਂ ਟੋਕਣ ਲੱਗਿਆ, ਇੱਕ ਸਵਾਲ ਦੇਖੋ ਇਸ ਮੁੱਦੇ ਤੇ ਬਣਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਜਿਨ੍ਹਾਂ ਦੀ ਆਸਥਾ ਹੈਗੀ ਹੈ, ਸਤਿਕਾਰ ਹੈ, ਉਹਦੇ ਬਾਰੇ ਤਾਂ ਕੋਈ ਕਿੰਤੂ ਪਰੰਤੂ ਹੈ ਹੀ ਨਹੀਂ। ਜਿਸ ਡੇਰੇ ਨੂੰ ਲੈ ਕੇ ਵਿਵਾਦ ਹੈਗਾ, ਉਸ ਮੁੱਦੇ ਤੇ ਹੀ ਆਪਾਂ ਚਰਚਾ ਕਰ ਰਹੇ ਹਾਂ, ਉਸੇ ਮੁੱਦੇ ਨੂੰ ਲੈ ਕੇ ਹੀ ਸਵਾਲ ਉੱਠ ਰਹੇ ਹੈ। ਹਾਂ ਬਿਲਕੁਲ, ਮੈਂ ਉਹੀ ਗੱਲ ਕਰ ਰਿਹਾ ਕਿ ਜਿਹੜੀ ਗੱਲ ਤੁਸੀਂ ਕਹਿਣੀ ਸੀ ਜਾਂ ਕੋਈ ਸਵਾਲ ਦੇ ਰੂਪ ਦੇ ਵਿੱਚ, ਮੈਂ ਉਹਦਾ ਆਪਣੇ ਆਪ ਹੀ ਤੁਹਾਨੂੰ ਜਵਾਬ ਦੇ ਦਿੱਤਾ ਹੈ ਕਿ ਜਿਹੜਾ ਡੇਰਾ ਸਿਰਸਾ ਹੈ, ਜਾਂ ਡੇਰਾ ਭੰਡਾਰਾ ਸੀ, ਜਾਂ ਆਸ਼ੂਤੋਸ਼ ਨੂਰਮਹਿਲੀਆ ਹੈ, ਇਹ ਜਿਹੜੇ ਆ, ਇਹ ਇੱਥੇ ਸਾਡੇ ਨਾਲ ਇੱਕ ਬਖੇੜਾ ਖੜਾ ਕਰਨ ਵਾਸਤੇ ਇਹ ਲੋਕ ਜਿਹੜੇ ਆ, ਇਹਨਾਂ ਨੇ ਇਹੋ ਜਿਹਾ ਮਾਹੌਲ ਤਿਆਰ ਕੀਤਾ ਜਿਹਦੇ ਵਿੱਚ ਅੱਜ ਤੱਕ ਅਸੀਂ ਉਲਝੇ ਹੋਏ ਹਾਂ। ਜੀ, ਤੁਹਾਡਾ ਵਿਊ ਪੁਆਇੰਟ ਆ ਗਿਆ। ਆਪਾਂ ਫੇਰ ਆਉਂਦੇ ਹਾਂ ਇਸ ਮੁੱਦੇ ਦੇ ਉੱਤੇ। ਗੋਸ਼ਾ ਜੀ, ਜਦੋਂ ਆਪਾਂ ਡੇਰੇ ਦੀ ਗੱਲ ਕਰਦੇ ਹਾਂ, ਮੇਰਾ ਕਹਿਣ ਤੋਂ ਮੰਤਵ ਹੈ ਡੇਰਾ ਸਿਰਸਾ, ਜਿਸ ਨੂੰ ਲੈ ਕੇ ਸਾਰਾ ਵਿਵਾਦ ਬਖਾਦ ਜਿਹੜਾ ਹੈਗਾ ਸ਼ੁਰੂ ਹੋਇਆ, ਜਿਸ ਮਾਮਲੇ ਦੀ ਆਪਾਂ ਗੱਲ ਕਰਦੇ ਹਾਂ, ਜਿਸ ਤੱਕ ਗੁਰੂ ਗ੍ਰੰਥ ਸਾਹਿਬ ਦੀ ਆਸਥਾ ਦਾ ਸਵਾਲ ਹੈ, ਉਹਦੇ ਬਾਰੇ 'ਚ ਕੋਈ ਵੀ ਕਿਸੇ ਡੇਰੇ ਨਾਲ ਕੋਈ ਕਿੰਤੂ ਪਰੰਤੂ ਦਾ ਆਪਣਾ ਨਾ ਜ਼ਿਕਰ ਹੈ, ਨਾ ਬਹਿਸ ਦਾ ਮੁੱਦਾ ਹੈਗਾ। ਪੀਰ ਮੁਹੰਮਦ ਜੀ ਦਾ ਕਹਿਣਾ ਹੈ ਕਿ ਇਹਨਾਂ ਡੇਰਿਆਂ ਕਰਕੇ, ਡੇਰਾ ਸਿਰਸੇ ਦੀ ਗੱਲ ਕਰ ਲਈਏ, ਭੰਡਾਰਾ ਵਾਲੇ ਡੇਰੇ ਦੀ ਗੱਲ ਕਰ ਲਈਏ, ਉਹਦੇ ਕਰਕੇ ਇਹ ਵਿਵਾਦ ਦਾ ਇੱਦਾਂ ਦੇ ਜਿਹੜੇ ਹੈਗੇ ਆ ਸ਼ੁਰੂ ਹੋਇਆ ਰੌਲੇ ਰੱਪੇ। ਪਰ ਕਿਧਰੇ ਨਾ ਕਿਧਰੇ ਕੋਈ ਜ਼ਿੰਮੇਵਾਰੀ ਤਾਂ ਤੈਅ ਹੋਏਗੀ ਕਿ ਆਖਰ ਇਹ ਮਾਹੌਲ ਕਿਉਂ ਬਣਿਆ। ਬਿਲਕੁਲ ਸਿੱਧੂ ਸਾਹਿਬ, ਬੜਾ ਵੱਡਾ ਮੁੱਦਾ ਹੈ, ਬੜੇ ਸੈਂਸਿਟਿਵ ਇਸ਼ੂ ਹੈ ਕਿ ਜਿਹੜਾ ਤੁਸੀਂ ਡੇਰੇ ਦੀ ਗੱਲ ਕੀਤੀ ਹੈ। ਦੇਖੋ, ਬਿਲਕੁਲ ਮੈਂ ਪੀਰ ਮੁਹੰਮਦ ਜੀ ਦੀ ਇੱਕ ਗੱਲ ਨਾਲ ਤਾਂ ਸਹਿਮਤ ਹਾਂ ਵੀ ਗੁਰੂ ਘਰਾਂ ਨੂੰ ਡੇਰੇ ਦੇ ਨਾਮ ਦਿੱਤੇ ਜਾਂਦੇ ਸੀ, ਔਰ ਡੇਰੇਵਾਦ ਦਾ ਹੁਣ ਸ਼ਬਦ ਦੂਜਾ ਹੋ ਗਿਆ। ਚਲੋ, ਜਿਸ ਮਤਲਬ ਤੁਸੀਂ ਗੱਲ ਕਰਦੇ ਹੋ, ਮੈਂ ਤਾਂ ਇਹ ਸਮਝਦਾ ਕਿ ਭਾਰਤੀ ਜਨਤਾ ਪਾਰਟੀ ਦਾ ਵੀ ਮੂਲ ਸਿਧਾਂਤ ਇਹੀ ਹੈ ਵੀ ਕਿਸੇ ਨੂੰ ਕਿਸੇ ਦੇ ਧਰਮ ਦੇ ਖਿਲਾਫ ਬੋਲਣ ਦਾ ਹੱਕ ਨਹੀਂ ਹੈ। ਆਪਣਾ ਧਰਮ ਦਾ ਪ੍ਰਚਾਰ ਕਰਨਾ, ਬੰਦੇ ਨੂੰ, ਹਰ ਬੰਦੇ ਨੂੰ ਆਪਣਾ ਪ੍ਰਚਾਰ ਕਰਨਾ ਚਾਹੀਦਾ। ਅਸੀਂ ਕਿਸੇ ਦੇ ਰੋਕ ਨਹੀਂ ਲਾਉਂਦੇ, ਕਿਸੇ ਦੇ ਦਿਲ ਭਿੱਜਦਾ ਹੁੰਦਾ, ਕਿਸੇ ਦੇ ਦਿਲ ਭਿੱਜਦਾ ਹੁੰਦਾ, ਕਿਸੇ ਦੇ ਵਿਚਾਰ ਚੰਗੇ ਲੱਗਦੇ, ਪਰ ਅਸੀਂ ਤਾਂ ਇਹ ਬਾਰ-ਬਾਰ ਇਹ ਕਹਿੰਦੇ ਆ, ਦੇਖੋ ਵੀ ਆਪਣੇ ਪ੍ਰਮਾਤਮਾ ਨੂੰ ਮੰਨੋ, ਚੰਗੇ ਕਰਮ ਕਰੋ। ਗੁਰਬਾਣੀ ਦੇ ਵਿੱਚ ਤਾਂ ਸ਼ਬਦ ਹੀ ਬੜਾ ਵਧੀਆ,
ਸਰਬ ਧਰਮ ਮੇ ਸ਼੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ, ਵੀ ਚੰਗਾ ਕਰਮ ਕਰ ਤੇ ਪ੍ਰਮਾਤਮਾ ਦਾ ਨਾਮ ਜਪ, ਇਸ ਤੋਂ ਵੱਡਾ ਕੋਈ ਧਰਮ ਨਹੀਂ ਹੈਗਾ। ਪਰ ਕਈ ਚੀਜ਼ਾਂ ਜਦੋਂ ਡੇਰੇ ਦੇ ਵਿੱਚ ਰਾਜਨੀਤੀ ਕਰਨ ਹੁੰਦਾ, ਜਦੋਂ ਠੀਕ ਹੈ ਕੋਈ ਪੋਲੀਟੀਕਲ ਬੰਦੇ ਆਪਣੀਆਂ ਵੋਟਾਂ ਲੈਣ ਵਾਸਤੇ ਕਿਸੇ ਨਾ ਕਿਸੇ ਵੱਖਰੀਆਂ ਜਗ੍ਹਾ ਤੇ ਜਾਂਦੇ, ਜਿੱਥੇ ਦੇਖਦੇ ਆ ਵੱਧ ਭੀੜ ਹੁੰਦੀ ਹੈ, ਵੱਧ ਘੱਟ ਹੁੰਦਾ, ਉੱਥੇ ਜਾਈਏ, ਸਾਡੀ ਹਾਜ਼ਰੀ ਪਵੇ, ਸਾਨੂੰ ਲੋਕੀ ਦੇਖਣ, ਲੋਕੀ ਵੋਟਾਂ ਪਾਉਣ। ਪਰ ਜਦੋਂ ਡੇਰੇ ਦੇ ਅੰਦਰੋਂ ਇੱਕ ਪ੍ਰਚਾਰ ਕੀਤਾ ਜਾਂਦਾ ਕਿ ਫਲਾਣੇ ਬੰਦੇ ਨੂੰ ਕਰੋ, ਫਲਾਣੇ ਬੰਦੇ ਨੂੰ ਲੈ ਕੇ ਆਓ, ਫਿਰ ਉਹ ਜਦੋਂ ਰਾਜਨੀਤੀ ਕਰਨ ਹੋ ਜਾਂਦਾ ਨਾ, ਉਹਦੇ ਵਿੱਚ ਕਈ ਕਮੀਆਂ ਵੀ ਆ ਜਾਂਦੀਆਂ। ਤੇ ਇਸ ਕਰਕੇ ਇਹ ਚੀਜ਼ਾਂ ਮਨਜ਼ੂਰ ਨਹੀਂ ਹੈ। ਇਹ ਤੋਂ ਜੇ ਖੱਟੜ ਸਾਹਿਬ ਦਾ ਤੁਸੀਂ ਬਿਆਨ ਦੀ ਗੱਲ ਕਰ ਰਹੇ ਹੋ ਨਾ, ਖੱਟੜ ਸਾਹਿਬ ਨੇ ਕਿਹਾ ਵੀ ਹਰ ਬੰਦੇ ਨੂੰ ਆਪਣਾ ਪ੍ਰਚਾਰ ਕਰਨ ਦਾ ਹੱਕ ਆ, ਪਰ ਕਿਸੇ ਨੂੰ ਰੋਕਿਆ ਨਹੀਂ ਜਾ ਸਕਦਾ ਪ੍ਰਚਾਰ ਕਰਨ ਤੋਂ। ਪਰ ਹਾਂ, ਇਹ ਗੱਲ ਜ਼ਰੂਰ ਹੈ ਵੀ ਕਿਸੇ ਨੂੰ ਕਿਸੇ ਦੇ ਧਰਮ ਦੇ ਖਿਲਾਫ ਨਹੀਂ ਬੋਲਣਾ ਚਾਹੀਦਾ, ਤੇ ਉਹ ਇਹਦੇ ਚੀਜ਼ਾਂ ਦੇ ਉੱਤੇ ਸਾਰਿਆਂ ਨੂੰ ਪਹਿਰਾ ਦੇਣਾ ਚਾਹੀਦਾ, ਸਮਝਣਾ ਚਾਹੀਦਾ, ਸਾਨੂੰ ਲੀਡਰਾਂ ਨੂੰ ਵੀ ਸਮਝਣਾ ਚਾਹੀਦਾ ਕਿ ਅਸੀਂ ਸਾਰਿਆਂ ਦੇ ਧਰਮਾਂ ਦੇ ਉੱਤੇ ਸਤਿਕਾਰ ਕਰਨਾ ਚਾਹੀਦਾ ਸਾਨੂੰ। ਜੀ ਦੇਖੋ ਗੁਰਸ਼ੇਰ ਜੀ, ਬਿਲਕੁਲ ਗੁਰਸ਼ੇਰ ਜੀ, ਇੱਕ ਸਵਾਲ ਤਾਂ ਉੱਠਦਾ ਹੀ ਹੈ ਨਾ ਕਿ ਜਿਸ ਤਰ੍ਹਾਂ ਜਿਹੜਾ ਹੈਗਾ ਡੇਰਾ ਮੁਖੀ ਨੂੰ ਜ਼ਮਾਨਤ ਮਿਲੀ ਹੈ, ਛੇਤੀ ਜ਼ਮਾਨਤ ਮਿਲੀ ਹੈ, ਔਰ ਬਹੁਤ ਸਾਰੇ ਲੋਕ ਹੈ ਜਿਹੜੇ ਜ਼ਮਾਨਤਾਂ ਦੇ ਲਈ ਕੇਸਿਸ ਦੇ ਵਿੱਚ ਅਲੱਗ-ਅਲੱਗ ਅਰਜ਼ੀਆਂ ਦਿੰਦੇ ਆ, ਸੁਣਵਾਈ ਨਹੀਂ ਹੁੰਦੀ। ਕਿਉਂ ਜਿਹੜੀ ਹੈਗੀ ਆ ਬਾਰ-ਬਾਰ ਇੱਦਾਂ ਦੀ ਜ਼ਮਾਨਤ ਮਿਲਦੀ ਹੈ, ਸੁਣਵਾਈ ਹੁੰਦੀ ਹੈ ਲੰਬੇ ਸਮੇਂ ਲਈ, ਫਿਰ ਉੱਥੋਂ ਕਹਿੰਦੇ ਆ ਕਿ ਜਿਹੜਾ ਹੈਗਾ ਸਤਸੰਗ ਕੀਤੀ ਜਾਂਦੀ ਹੈ, ਉਸ ਸਤਸੰਗ ਨੂੰ ਲੈ ਕੇ ਜਦੋਂ ਅੱਗੇ ਦੀ ਅੱਗੇ ਤਾਰਾਂ ਜੁੜਦੀਆਂ ਤਾਂ ਉਹਦੇ 'ਤੇ ਵਿਵਾਦ ਖੜੇ ਹੁੰਦੇ ਆ। ਉਸ ਮੁੱਦੇ ਨੂੰ ਕਦੇ ਲੱਗਦਾ ਕਿ ਵੀ ਜਾਣ ਬੁੱਝ ਕੇ ਕੋਈ ਸ਼ਿੰਗੜੀ ਛਿੜੀ ਜਾ ਰਹੀ ਹੈ, ਕਿਤੇ ਸਨਾਮ ਦੀ ਗੱਲ ਹੁੰਦੀ ਹੈ, ਕਿਤੇ ਮਾਨਸਾ ਦੀ ਗੱਲ ਹੁੰਦੀ ਹੈ, ਫਿਰ ਉਹਨੂੰ ਲੈ ਕੇ ਪੰਜਾਬ ਜਿਹੜਾ ਉਸ ਤਰੀਕੇ ਨਾਲ ਇੱਕ ਤਰ੍ਹਾਂ ਦਾ ਯੁੱਧ ਦਾ ਮੈਦਾਨ ਬਣਦਾ ਹੈ। ਆਪਾਂ ਪਿਛਲੇ ਸਮੇਂ ਦੇਖਿਆ ਸਾਰਿਆਂ ਨੇ, ਉਸ ਨੂੰ ਲੈ ਕੇ ਸਵਾਲ ਉੱਠਦੇ ਕਿ ਕਿਉਂ ਇਹ ਛੇੜਛਾੜ ਹੁੰਦੀ ਹੈ। ਸਿੱਧੂ ਸਾਹਿਬ, ਮੈਂ ਪਹਿਲੀ ਗੱਲ ਸਮਝ ਲਓ ਵੀ ਜਦੋਂ ਕਾਂਗਰਸ ਸਰਕਾਰ ਸੀ ਜਾਂ ਅਕਾਲੀ ਸਰਕਾਰ ਸੀ ਜਾਂ ਕਿਹੜੀ ਸਰਕਾਰ ਹੈ, ਇਹ ਲੋਕ ਆਪਣਾ ਕੰਮ ਕਰੀ ਜਾਂਦੇ ਆ। ਪਰ ਮੈਂ ਬਾਰ-ਬਾਰ ਇੱਕ ਗੱਲ ਕਹਿਣਾ ਚਾਹੁੰਦਾ, ਦੇਖੋ ਇਹ ਜਿਹੜੀਆਂ ਕਈ ਛੇੜਖਾਨੀਆਂ ਕੀਤੀਆਂ ਜਾਂਦੀਆਂ ਜਾਣ ਬੁੱਝ ਕੇ, ਤਾਰਾਂ ਵੀ ਆ ਸਾਡੇ ਧਰਮ ਨੂੰ, ਸਾਡੇ ਸਮਾਜ ਨੂੰ, ਸਾਡੇ ਤਾਣੇ ਬਾੜੇ ਨੂੰ ਤੋੜਨ ਦੀਆਂ ਅੱਜ ਦੀਆਂ ਕੋਸ਼ਿਸ਼ਾਂ ਨਹੀਂ, ਬੜੀਆਂ ਪੁਰਾਣੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ। ਜਿਹਦੀ ਸਰਕਾਰ ਹੁੰਦੀ ਹੈ ਸ਼ਾਇਦ ਉਹਨਾਂ ਵਿੱਚੋਂ ਕਈ ਬੰਦੇ ਉੱਠ ਪੈਂਦੇ ਆ ਵੀ ਅਸੀਂ ਆਹ ਕਰਦੇ ਤੇ ਆਹ ਹੋ ਜਾਊਗਾ। ਕੋਈ ਦੂਜਿਆਂ ਲੋਕ ਵੀ ਹੁੰਦੇ ਆ ਜਿਹੜੇ ਚਾਹੁੰਦੇ, ਅੱਜ ਕੁਛ ਲੋਕ ਇਹੋ ਜਿਹੇ ਵੀ ਹੈ ਜਿਨ੍ਹਾਂ ਨੂੰ ਕਿਸੇ ਸਰਕਾਰਾਂ ਦਾ ਮਤਲਬ ਨਹੀਂ ਹੈਗਾ, ਉਹਨਾਂ ਨੂੰ ਸਿਰਫ ਅਸ਼ਾਂਤੀ ਦਾ ਮਤਲਬ ਹੈ ਕਿ ਪੰਜਾਬ ਦੇ ਵਿੱਚ ਅਸ਼ਾਂਤੀ ਦਾ ਮਾਹੌਲ ਬਣਿਆ ਰਹੇ, ਉਹ ਆਪਣੀਆਂ ਉਹਨਾਂ ਦੀਆਂ ਰੋਟੀਆਂ ਸੇਕਦੀਆਂ ਰਹਿਣ। ਇਹ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ ਤਾਂ ਜੋ ਆਪਾਂ ਆਪਣੇ ਸਮਾਜ ਨੂੰ, ਜੋ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਆ, ਘਰ ਘਰ ਲੈ ਕੇ ਜਾ ਸਕੀਏ। ਦੇਖੋ, ਚਾਹੇ ਗੁਰੂ ਨਾਨਕ ਸਾਹਿਬ ਦੀ ਗੱਲ ਕਰ ਲਈਏ, ਰਾਮ ਜੀ ਦੀ ਗੱਲ ਕਰ ਲਈਏ, ਕਿਸੇ ਵੀ ਅਵਤਾਰ ਦੀ ਗੱਲ ਕਰ ਲਈਏ, ਉਹਨਾਂ ਨੇ ਸੰਦੇਸ਼ ਕੀ ਦਿੱਤਾ? ਉਹਨਾਂ ਨੇ ਤਾਂ ਮਾਨਵਤਾ ਦੀ ਗੱਲ ਕੀਤੀ ਹੈ ਨਾ। ਜਿਹੜੀ ਹੁਣ ਜ਼ਮਾਨਤ ਦੀ ਗੱਲ, ਜਿਹੜੀ ਜ਼ਮਾਨਤ ਦੀ ਗੱਲ ਰਹਿ ਗਈ, ਤੁਸੀਂ ਦੇਖੋ ਜਿਹੜੀ ਜ਼ਮਾਨਤ ਦੀ ਗੱਲ ਹੈ ਨਾ, ਦੇਖੋ ਇੱਕ ਇਹ ਜੁਡੀਸ਼ਲੀ ਸਿਸਟਮ ਹੈ, ਜੁਡੀਸ਼ਲੀ ਸਿਸਟਮ ਦੇ ਤੇ ਕੋਰਟ ਦੇ ਵਿੱਚ ਜਾ ਕੇ ਕਿਸੇ ਨੂੰ ਲੱਗਦਾ ਗਲਤ ਜ਼ਮਾਨਤ ਹੋਈ, ਉਹ ਫਰੰਟ ਤੇ ਵੀ ਦੂਜੇ ਪਾਸੇ ਵੀ ਵਕੀਲ ਹੈ, ਦੂਜੇ ਪਾਸੇ ਓਪੋਜੀਸ਼ਨ ਵੀ ਬੈਠੀ ਹੈ। ਜੇ ਅੰਦਰ ਗਏ ਹੈ ਤੇ ਉਹ ਵੀ ਦੂਜਿਆਂ ਦੇ ਕਰਕੇ ਗਏ ਸੀਗੇ, ਤੇ ਜੇ ਉਹ ਬਾਹਰ ਆਏ ਤੇ ਉਹ ਵੀ ਇੱਕ ਜੁਡੀਸ਼ਲੀ ਪ੍ਰੋਸੈਸ ਹੈ, ਤੇ ਉਹਦੇ ਲਈ ਤਾਂ ਜੁਡੀਸ਼ਲੀ ਦੇ ਵਿੱਚ ਅਸੀਂ ਇਹਦੇ ਵਿੱਚ ਕੁਝ ਇੰਟਰਫੇਅਰ ਨਹੀਂ ਕਰ ਸਕਦੇ। ਚਲੋ, ਬਿਲਕੁਲ ਉਸ ਮੁੱਦੇ ਤੇ ਵੀ ਕਿਸੇ ਐਡਵੋਕੇਟ ਵੱਲੋਂ ਚੁਣੌਤੀ ਜ਼ਰੂਰ ਦਿੱਤੀ ਗਈ ਹੈ। ਕੁਛ ਤੁਹਾਡਾ ਵਿਊ ਬਣਾ ਗਿਆ ਡਾਕਟਰ ਸਾਹਿਬ ਤਾਂ ਇਸੇ ਮਾਮਲੇ ਦੇ ਤੇ ਡੇਰਾਬਾਦ ਦੀ ਗੱਲ, ਜਿਹੜੀ ਕਿ ਸਮੁੱਚੇ ਡੇਰਿਆਂ ਦੀ ਗੱਲ ਨਹੀਂ, ਜਿੱਦਾਂ ਆਪਾਂ ਬਾਕੀ ਮਹਿਮਾਨਾਂ ਨੇ ਵੀ ਕਿਹਾ, ਜਿਹੜਾ ਡੇਰਾ ਗੁਰੂ ਗ੍ਰੰਥ ਸਾਹਿਬ ਦੇ ਮੁੱਦੇ ਤੇ ਬੇਅਦਬੀ ਨੂੰ ਲੈ ਕੇ ਜੋ ਪੰਜਾਬ ਦੇ ਜਿੱਦਾਂ ਦਾ ਮਾਹੌਲ ਬਣਿਆ, ਜਿੱਦਾਂ ਦੀਆਂ ਪ੍ਰਸਥਿਤੀਆਂ ਬਣੀਆਂ, ਤੇ ਹੁਣ ਉਹਨਾਂ ਤੰਦਾਂ ਨੂੰ ਜਦੋਂ ਫਿਰ ਨਵੇਂ ਸਿਰੇ ਤੋਂ ਉਧੇੜਿਆ ਜਾਂਦਾ ਹੈ, ਕੋਈ ਚਰਚਾ ਛਿੜੀ ਜਾਂਦੀ ਹੈ, ਕੀ ਲੱਗਦਾ ਕਿ ਜਾਣ ਬੁੱਝ ਕੇ ਇਸ ਤਰ੍ਹਾਂ ਦੀ ਸਾਜ਼ਿਸ਼ ਕਰੀ ਜਾਂਦੀ ਹੈ ਕਿ ਪੰਜਾਬ ਨੂੰ ਮੁੜ ਕੇ ਬੇਚੈਨੀ ਦੇ ਮਾਹੌਲ ਵੱਲ ਧੱਕਿਆ ਜਾਵੇ? ਜੀ ਸਿੱਧੂ ਸਾਹਿਬ ਸਭ ਤੋਂ ਪਹਿਲਾਂ ਦੇਖਣਾ ਪਏਗਾ ਕਿ ਕਹਿੰਦੇ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ। ਸਾਨੂੰ ਗੁਰੂ ਪਾਤਸ਼ਾਹ ਨੇ ਜੋ ਗੁਰਬਾਣੀ ਦੇ ਰੂਪ ਦੇ ਵਿੱਚ ਖਜ਼ਾਨਾ ਇੰਨਾ ਵਡਮੁੱਲਾ ਦਿੱਤਾ, ਇੰਨਾ ਵਿਸ਼ਾਲ ਦਿੱਤਾ, ਔਰ ਇੰਨਾ ਜੀਵਨ ਜਾਚ ਦਾ ਸਾਨੂੰ ਉਹਨਾਂ ਨੇ ਇੱਕ ਭੰਡਾਰਾ ਦੇ ਦਿੱਤਾ ਕਿ ਜੀਵਨ ਜਾਚ ਕਿਵੇਂ ਤੁਸੀਂ ਨਿਰਵਾਹ ਕਿਵੇਂ ਕਰਨਾ ਹੈ। ਪੰਜਵੇਂ ਪਾਤਸ਼ਾਹ ਦਾ ਕਥਨ ਹੈ, ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾਹੋ। ਇਹਦੇ ਵਿੱਚ ਕੋਈ ਇਹ ਤੋਂ ਜ਼ਿਆਦਾ ਸਾਨੂੰ ਹੋਰ ਕਿਸੇ ਤੇ ਆਸਥਾ ਰੱਖਣ ਦੀ ਲੋੜ ਹੈ? ਰਹੀ ਡੇਰਿਆਂ ਦੀ ਗੱਲ, ਰਹੀ ਮਾਫੀ ਦੇਣ ਦੀ ਗੱਲ, ਰਹੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਦਿਵਾ ਕੇ ਉਹਨਾਂ ਨੂੰ ਤੋੜ ਮਰੋੜ ਕੇ ਜਿਹਦੇ ਮਾਫੀ ਮੰਗੀ ਵੀ ਨਹੀਂ, ਉਸ ਨੂੰ ਮਾਫ ਕਰ ਦਿੱਤਾ। ਇਹਦੇ ਪਿੱਛੇ ਅਗਰ ਅੱਜ ਜਿਹੜੀ ਸਿੱਖ ਸੰਗਤ ਹੈ ਜਾਂ ਨਾਨਕ ਨਾਮ ਲੇਵਾ ਸੰਗਤ ਹੈ ਜਾਂ ਜਿਹੜੇ ਇੱਕ ਪੀਸ ਲਵਿੰਗ ਸਿਟੀਜ਼ਨ ਨੇ, ਜਿਹੜੇ ਕਹਿੰਦੇ ਨੇ ਕਿ ਕੋਈ ਇਹੋ ਜਿਹੇ ਹਾਲਾਤ ਨਾ ਹੋਣ ਕਿ ਜਿਹੜੇ ਆ ਆਮ ਬੰਦੇ ਦਾ ਜਿਉਣਾ ਜਿਹੜਾ ਉਹ ਦੁਸ਼ਵਾਰ ਹੋ ਜਾਵੇ, ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਇਹ ਹੈਗਾ ਕਿ ਇਹਨਾਂ ਨੇ ਪ੍ਰਫੁੱਲਤ ਕਿਸ ਨੇ ਕੀਤਾ, ਇਸ ਨੂੰ ਅਣਗੌਲਿਆ ਕਿਸ ਨੇ ਕੀਤਾ ਕਿ ਇਹ ਡੇਰਾਵਾਦ ਜਿਹੜਾ ਹੈਗਾ ਇਹ ਓਵਰਨਾਈਟ ਸਡਨਲੀ ਇਹ ਹੋ ਗਿਆ, ਕਿਸੇ ਨੂੰ ਕੰਨੋ ਕੰਨ ਖਬਰ ਨਹੀਂ ਹੋਈ,
ਪਤਾ ਨਹੀਂ ਲੱਗਿਆ। ਸੋ ਇਹਨਾਂ ਚੀਜ਼ਾਂ ਨੂੰ ਹੋਰ ਇਹਦੇ ਅੱਗੇ ਹੈ ਕਿ ਜਦੋਂ ਤਾਕਤ ਹਾਸਲ ਕਰਨ ਵਾਸਤੇ ਕੋਈ ਕਿਸੇ ਪਾਰਟੀ ਦਾ ਬੁਲਾਰਾ ਐਸੇ ਮੰਚ ਤੋਂ ਬਾਹ ਖੜੀ ਕਰਕੇ ਕਵੇ ਕਿ ਅਸੀਂ ਤਾਕਤ ਹਥਿਆਉਣ ਲਈ ਉਹਨਾਂ ਡੇਰਿਆਂ ਤੇ ਚੋਰੀ ਛਿਪੇ ਜਾਂ ਸਾਧੀ, ਅਸੀਂ ਉੱਥੇ ਜਾ ਕੇ ਨਤਮਸਤਕ ਨਹੀਂ ਹੋਏ, ਮਿਲਤ ਨਹੀਂ ਕੀਤੀ, ਸਿੱਧੇ ਤੌਰ ਤੇ ਅਸੀਂ ਉਹਨਾਂ ਨੂੰ ਬੇਨਤੀਆਂ ਨਹੀਂ ਕੀਤੀਆਂ। ਅਗਰ ਅਜਿਹੀਆਂ ਕੀਤੀਆਂ ਨੇ ਤਾਂ ਕਿਹੜੀ ਗੱਲ ਕਰਦੇ ਹੋ ਤੁਸੀਂ ਸਿੱਖ ਪੰਥ ਦੀ, ਕਿਹੜੀ ਗੱਲ ਕਰਦੇ ਹੋ ਤੁਸੀਂ ਸਮਾਜ ਨੂੰ ਅੱਗੇ ਲਿਜਾਣ ਦੀ, ਕਿਹੜੀ ਗੱਲ ਕਰਦੇ ਹੋ ਕਿ ਡੇਰਾਬਾਦ ਜਿਹੜਾ ਹੈਗਾ ਤੁਹਾਡੇ ਵਾਸਤੇ ਇੱਕ ਚੁਣੌਤੀ ਹੈ। ਜਿਹੜੀ ਡੇਰਿਆਂ ਦਾ ਵੇਰਵਾ ਦਿੱਤਾ ਗਿਆ ਹੈ ਤੇ ਉਹਦੇ ਵਿੱਚ ਤਾਂ ਕੋਈ ਕਿਸੇ ਨੂੰ ਸ਼ੱਕ ਹੀ ਨਹੀਂ ਹੈ, ਲੇਕਿਨ ਗੱਲ ਤਾਂ ਜਿਹੜਾ ਨੁਕਤਾ ਹੈਗਾ ਉਹ ਤੋਂ ਲਾਂਭੇ ਨਹੀਂ ਲਿਜਾਣਾ ਚਾਹੀਦਾ। ਅੱਜ ਚੀਫ ਮਿਨਿਸਟਰ ਹਰਿਆਣਾ ਨੇ ਕਹਿਤਾ ਕਿ ਹਰ ਇੱਕ ਨੂੰ ਅਧਿਕਾਰ ਹੈ, ਅਧਿਕਾਰ ਤੋਂ ਕੋਈ ਮੁਨੱਕਰ ਨਹੀਂ ਤੇ ਫਰਜ਼ ਵੀ ਹੁੰਦੇ ਨੇ। ਜਿੱਥੇ ਅਧਿਕਾਰ ਹੁੰਦੇ ਨੇ ਉੱਥੇ ਫਰਜ਼ ਵੀ ਹੁੰਦੇ ਨੇ। ਉੱਥੇ ਇਹ ਨਹੀਂ ਕਿ ਤੁਸੀਂ ਸਵਾਂਗ ਰਚੋ ਤੇ ਉਸ ਨੂੰ ਤੁਸੀਂ ਐਪਰੀਸ਼ੀਏਟ ਕਰੋ। ਉੱਥੇ ਅਜਿਹੇ ਕਰਮ ਕਰੋ ਜਿਸ ਨੂੰ ਜੁਡੀਸ਼ਰੀ ਨੇ ਜੋ ਇਨਾਮ ਦਿੱਤਾ ਹੈ, ਜੋ ਜੁਡੀਸ਼ਰੀ ਨੇ ਉਸ ਚੀਜ਼ ਦਾ ਕਹਿ ਲਓ ਵੀ ਸਜ਼ਾ ਦਿੱਤੀ ਹੈ। ਤੁਹਾਡੇ ਖਿਆਲ 'ਚ ਆਪਾਂ ਤਾਂ ਸਾਰੇ ਕਹਿੰਦੇ ਜੁਡੀਸ਼ਰੀ ਤੇ ਸਾਨੂੰ ਅਥਾਹ ਵਿਸ਼ਵਾਸ ਹੈ। ਇਸ ਕਰਕੇ ਉਹ ਜਿਹੜੇ ਕਰਮ ਨੇ ਉਸ ਨੂੰ ਇਸ ਮੰਚ ਤੋਂ ਨਾ ਦੁਹਰਾਇਆ ਜਾਏ। ਲੇਕਿਨ ਮੇਰੀ ਬੇਨਤੀ ਹੈ ਕਿ ਲੈਟਸ ਕਮ ਟੂਗੇਦਰ, ਅਸੀਂ ਟਰੂਥ ਤੇ ਸੱਚਾਈ ਤੇ ਅਸੀਂ ਆਪਣੇ ਆਪ ਨੂੰ ਕਰੀਏ। ਜਿਹੜੀਆਂ ਤਾਕਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਲੇਕਿਨ ਗੁਰੂ ਸਾਹਿਬ ਦਾ ਜੋ ਸਾਨੂੰ ਸੰਦੇਸ਼ ਹੈਗਾ ਉਹਦੇ ਤੋਂ ਅਸੀਂ ਮੁਨੱਕਰ ਨਹੀਂ ਹੋਈਏ। ਗੁਰੂ ਸਾਹਿਬ ਕਹਿੰਦੇ ਨੇ ਜਿਨ੍ਹਾਂ ਅੰਦਰ ਕੂੜ ਵਰਤੇ ਸੱਚ ਨਾ ਭਾਵਈ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ। ਸੋ ਮੇਰਾ ਇਹ ਕਹਿਣਾ ਹੈਗਾ ਕਿ ਅੱਜ ਡੇਰਾਬਾਦ ਤੇ ਆਪਾਂ ਕਹਿੰਦੇ ਆ ਕਿ ਦੇਖੋ ਕਿਹੋ ਜਿਹੇ ਮਾੜੇ ਕਰਮ ਹੋ ਰਹੇ ਨੇ, ਇਹ ਸਭ ਨੂੰ ਪਤਾ ਹੈ, ਇਹ ਸਰਕਾਰਾਂ ਨੂੰ ਵੀ ਪਤਾ ਹੈ, ਇਹ ਸਾਡੇ ਮਾਨਯੋਗ ਲੀਡਰ ਸਾਹਿਬਾਨ ਨੂੰ ਵੀ ਪਤਾ ਹੈ, ਇਹ ਜਿਹੜੇ ਹੈਗੇ ਨੇ ਅਧਿਕਾਰੀਆਂ ਕਰਮਚਾਰੀਆਂ ਸਭ ਨੂੰ ਪਤਾ ਹੈ। ਲੇਕਿਨ ਇਹਦੇ ਵਾਸਤੇ ਸੱਚ ਬੋਲਣ ਤੋਂ ਕਿਉਂ ਗੁਰੇਜ਼ ਕਰਦੇ ਆ? ਕਿਉਂਕਿ ਸਾਨੂੰ ਕਿਧਰੇ ਆਪਣੀ ਤਾਕਤ ਦੇ ਖੁੱਸ ਜਾਣ ਦਾ ਕਿਧਰੇ ਡਰ ਹੈਗਾ, ਆਮ ਸਮਾਜ ਦਾ ਕਿਸੇ ਨੂੰ ਚਿੰਤਾ ਨਹੀਂ। ਮਿਹਰਬਾਨੀ ਡਾਕਟਰ ਸਾਹਿਬ, ਤੁਹਾਡਾ ਵਿਊ ਪੁਆਇੰਟ ਆ ਗਿਆ। ਰਿਆੜ ਸਾਹਿਬ, ਜਿਸ ਮਾਮਲੇ ਤੇ ਆਪਾਂ ਗੱਲ ਕਰਦੇ ਹਾਂ, ਜਦੋਂ ਡੇਰੇ ਦੀ ਗੱਲ ਕਰਦੇ ਤੇ ਸਿੱਧੇ ਤੌਰ ਤੇ ਗੱਲ ਜਾ ਕੇ ਡੇਰਾ ਸਿਰਸਾ ਦੇ ਨਾਲ ਜੁੜਦੀ ਹੈ। ਗੁਰੂ ਗ੍ਰੰਥ ਦੀ ਬੇਅਦਬੀ ਦਾ ਮੁੱਦਾ ਪਿਛਲੇ ਲੰਬੇ ਸਾਲਾਂ ਤੋਂ ਜਿਸ ਤਰੀਕੇ ਨਾਲ ਸਿੱਖ ਭਾਈਚਾਰਾ ਲੜਾਈ ਲੜ ਰਿਹਾ ਹੈ, ਤੇ ਜਦੋਂ ਵੀ ਉਹਨਾਂ ਦੀ ਚਰਚਾ ਆਉਂਦੀ ਹੈ ਕਿ ਫਲਾਣ ਜਗ੍ਹਾ ਤੇ ਹੁਣ ਨਵਾਂ ਡੇਰਾ ਖੁੱਲ੍ਹੇਗਾ, ਫਲਾਣ ਜਗ੍ਹਾ ਤੇ ਚਰਚਾ ਸ਼ੁਰੂ ਹੋਏਗੀ, ਤਾਂ ਉਹਦਾ ਨਵੀਂ ਕਿਸਮ ਦੀ ਜਿਹੜੀ ਹੈਗੀ ਹੈ ਕਿ ਸ਼ਿੰਗੜੀ ਛਿੜ ਜਾਂਦੀ। ਆਖਰ ਕੌਣ ਧਿਰਾਂ ਹੈਗੀਆਂ ਜਿਹੜੀਆਂ ਵਾਰ-ਵਾਰ ਪੰਜਾਬ ਨੂੰ ਇੱਦਾਂ ਪਰਖ ਦੇ ਉੱਤੇ ਲੈ ਕੇ ਆਉਂਦੀਆਂ ਕਿ ਦੇਖਿਆ ਜਾਵੇ ਕਿ ਪੰਜਾਬ 'ਚ ਜਿਹੜਾ ਹੈਗਾ ਅਮਨ ਸ਼ਾਂਤੀ ਰਹਿੰਦੀ ਹੈ ਕਿ ਨਹੀਂ ਰਹਿੰਦੀ? ਜੀ ਰਿਆੜ ਸਾਹਿਬ। ਸਿੱਧੂ ਸਾਹਿਬ, ਡੇਰੇ ਦੀ ਸ਼ੁਰੂਆਤ ਜਿਹੜੀ ਹੈ ਜਾਂ ਸੰਤ ਪ੍ਰਥਾ ਦੀ ਜਿਹੜੀ ਸ਼ੁਰੂਆਤ ਹੈ ਉਹ ਸਿੱਖ ਧਰਮ ਦੇ ਵਿੱਚ ਤੇ ਕੋਈ ਸੰਤ ਨਹੀਂ ਹੈ। ਸਿੱਖ ਧਰਮ ਦੇ ਵਿੱਚ ਤੁਸੀਂ ਵੇਖੋ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ, ਜਿਨ੍ਹਾਂ ਨੇ ਖੋਪੜੇ ਲਵਾਏ ਨੇ, ਜਿਨ੍ਹਾਂ ਨੇ ਬੰਦਬਾਂ ਕਟਾਏ ਨੇ, ਜਿਨ੍ਹਾਂ ਨੇ ਚਰਖੜੀਆਂ ਦੇ ਚੜ੍ਹੇ ਨੇ, ਜਿਨ੍ਹਾਂ ਦੀ ਪੁੱਠੀ ਖੱਲ ਲੱਥੀ ਹੈ, ਔਰ ਜਿਹੜੇ ਰੂੰਜ ਬੰਨ੍ਹ ਕੇ ਸਾੜੇ ਗਏ ਨੇ, ਜਿਹੜੇ ਦੇਗ 'ਚੋਂ ਬਾਲੇ ਗਏ ਨੇ, ਔਰ ਜਿਹੜੇ ਨੀਹਾਂ ਦੇ ਵਿੱਚ ਚਿਣੇ ਗਏ ਨੇ, ਜਿਹੜੇ ਮੈਦਾਨੇ ਜੰਗ ਵਿੱਚ ਸ਼ਹੀਦ ਹੋਏ ਨੇ, ਇੱਕ ਦਿਖਾ ਦਿਓ ਜਿਹੜਾ ਸਿੱਖ ਮਤਲਬ ਜਿਹੜਾ ਸੰਤ ਹੈ। ਸਾਡੇ ਵਿੱਚ ਭਾਈ ਸ਼ਬਦ ਪ੍ਰਚਲਿਤ ਸੀਗਾ, ਇਹ ਅੰਗਰੇਜ਼ਾਂ ਦੀ ਦੇਣ ਹੈ। ਤੁਸੀਂ ਵੇਖੋ ਜਿੰਨੇ ਪੰਜਾਬ ਦੇ ਵਿੱਚ ਅੰਗਰੇਜ਼ ਦੇ ਸਮੇਂ ਦੇ ਵਿੱਚ ਸੰਤ ਬਣੇ ਨੇ ਸਾਰੇ ਫੌਜ ਵਿੱਚੋਂ ਆਏ ਨੇ, ਔਰ ਉਹ ਫੌਜੀਆਂ ਨੂੰ ਜਾ ਕੇ ਉੱਥੇ ਕਹਿੰਦੇ ਸੀਗੇ ਵੀ ਤੁਸੀਂ ਸਿੱਖ ਧਰਮ ਦੇ ਜਿਹੜੀ ਵਿਚਾਰਧਾਰਾ ਹੈ ਉਹਨੂੰ ਗੰਧੜੀ ਕਰਨ ਵਾਸਤੇ, ਉਹਨੂੰ ਨੁਕਸਾਨ ਪਹੁੰਚਾਉਣ ਵਾਸਤੇ, ਸਿੱਖਾਂ ਦੇ ਮਨਾਂ ਦੇ ਵਿੱਚੋਂ ਗੁਰੂ ਦੀ ਜਿਹੜੀ ਮਰਿਆਦਾ ਹੈ, ਗੁਰੂ ਦਾ ਜਿਹੜਾ ਸਤਿਕਾਰ ਹੈ, ਗੁਰੂ ਨਾਲ ਜਿਹੜਾ ਪਿਆਰ ਹੈ, ਉਹਨੂੰ ਦੂਰ ਕਰਨ ਵਾਸਤੇ ਤੁਸੀਂ ਆਪਣਾ ਪ੍ਰਚਾਰ ਕਰੋ। ਔਰ ਉਹ ਸਾਰਾ ਪ੍ਰਚਾਰ ਹੁੰਦਾ ਰਿਹਾ। ਹੁਣ ਤੁਸੀਂ ਵੇਖੋ ਕਿ ਇਹ ਜਿਸ ਅੱਜ ਡੇਰੇਵਾਦ ਦੀ ਗੱਲ ਪੰਜਾਬ ਦੇ ਵਿੱਚ ਹੋ ਰਹੀ ਹੈ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਇੱਕ ਸੈਮੀਨਾਰ ਹੋਇਆ ਸੀ ਜਾਂ ਇੱਕ ਗੋਸ਼ਟੀ ਹੋਈ ਸੀ, ਉਹਦੇ ਵਿੱਚ ਇੱਕ ਹਿੰਦੂ ਬੀਬੀ ਜਿਹੜੀ ਹੈ ਉਹ ਉੱਥੇ ਪ੍ਰੋਫੈਸਰ ਸੀ, ਉਹਨੂੰ ਵੀ ਇਨਵੀਟੇਸ਼ਨ ਭੇਜਿਆ ਗਿਆ ਕਿ ਤੁਸੀਂ ਵੀ ਆ ਕੇ ਇਸ ਗੋਸ਼ਟੀ ਵਿੱਚ ਸ਼ਾਮਲ ਹੋਵੋ ਔਰ ਆਪਣਾ ਵਿਚਾਰ ਦਿਓ ਜਾਂ ਆਪਣਾ ਪਰਚਾ ਪੜ੍ਹੋ। ਔਰ ਉਹਨਾਂ ਨੇ ਜਿਹੜਾ ਜਵਾਬ ਦਿੱਤਾ ਸੀ, ਉਹਨਾਂ ਨੇ ਕਿਹਾ ਜੀ ਨਹੀਂ, ਮੇਰੇ ਧਰਮ ਦੇ ਅੰਦਰ ਸੰਤ ਪ੍ਰਥਾ ਹੈਗੀ ਆ, ਇਸ ਕਰਕੇ ਮੈਂ ਇਹਦੇ ਉੱਤੇ ਬਿਲਕੁਲ ਨਹੀਂ ਬੋਲਣਾ।
ਔਰ ਉਹ ਬੀਬੀ ਦਾ ਵੇਖੋ ਕਿੱਡਾ ਵੱਡਾ ਕਰੈਕਟਰ ਹੈ। ਔਰ ਸਾਡਾ ਅਕਾਲੀ ਦਲ, ਸਾਡੀ ਸ਼੍ਰੋਮਣੀ ਕਮੇਟੀ ਔਰ ਬਾਕੀ ਦੇ ਜਿਹੜੇ ਹੈਗੇ ਨੇ ਉਹ ਜਿਹੜੀ ਨਿਹੰਗ ਜਥੇਬੰਦੀਆਂ ਜਾਂ ਦੂਜਾ, ਉਹ ਡੇਰੇਵਾਦ ਦੇ ਜਾ ਕੇ ਉੱਥੇ ਉਹਨਾਂ ਦੀ ਉਤਸ਼ਾਹਤ ਕਰਦੇ ਨੇ, ਉਹਨਾਂ ਦੇ ਕੋਲੋਂ ਸਰੋਪੇ ਲੈਂਦੇ ਨੇ। ਔਰ ਸਾਡੇ ਜਥੇਦਾਰ ਜਿਹੜੇ ਨੇ ਤਖਤਾਂ ਦੇ, ਉਹ ਜਾ ਕੇ ਉੱਥੋਂ ਲਿਫਾਫੇ ਲੈਂਦੇ ਨੇ। ਔਰ ਸਾਡੇ ਰਾਗੀ ਢਾਡੀ ਜਿਹੜੇ ਨੇ ਉਹ ਉੱਥੇ ਜਾ ਕੇ ਆਨੰਦ ਮਾਣਦੇ ਨੇ, ਵਧੀਆ ਭੋਜਨ ਛਕਦੇ ਨੇ, ਚੰਗਾ ਜਿਹੜਾ ਹੈਗਾ ਉਹ ਲੈਂਦੇ ਨੇ। ਡੇਰਾਵਾਦ ਜਿਹੜਾ ਸਾਡਾ ਮਾਝੇ ਦੇ ਵਿੱਚ ਜਿਹੜਾ ਡੇਰਾ ਹੈ ਉਹ ਇੰਡੀਵਿਜੂਅਲ ਮਲਕੀਅਤ ਨੂੰ ਕਹਿੰਦੇ ਨੇ। ਤੁਸੀਂ ਵੇਖ ਲਓ, ਕੋਈ ਡੇਰਾ ਵੇਖ ਲਓ ਜਿੱਥੇ ਦਮੜੀ ਤੇ ਚਮੜੀ ਦਾ ਵਪਾਰ ਨਹੀਂ ਹੁੰਦਾ। ਬੀਬੀਆਂ ਦੀ ਇੱਜ਼ਤ ਲੁੱਟੀ ਜਾਂਦੀ ਹੈ ਔਰ ਜਿਹੜੇ ਉੱਥੇ ਮਨੁੱਖ ਜਾਂਦੇ ਨੇ ਉਹਨਾਂ ਦੀ ਜੇਬੇ ਜਿਹੜੇ ਹੈਗੇ ਨੇ ਉਹ ਕੱਟੇ ਜਾਂਦੇ ਨੇ। ਜਾ ਕੇ ਵੇਖ ਲਓ 35 ਦੇ 40 ਹਜ਼ਾਰ ਰੁਪਈਏ ਦੇ ਬੂਟ ਪਾਉਂਦੇ ਨੇ ਔਰ ਲੋਕਾਂ ਨੂੰ ਕਹਿੰਦੇ ਨੇ ਕਿਰਤ ਕਰੋ। ਆਪ ਕੋਈ ਕਿਰਤ ਨਹੀਂ ਕਰਦੇ। ਲੋਕਾਂ ਨੂੰ ਕਹਿੰਦੇ ਨੇ ਨਾਮ ਜਪੋ, ਆਪ ਨਾਮ ਜਪਣ ਦੇ ਪੈਸੇ ਲੈਂਦੇ ਨੇ। ਕਹਿੰਦੇ ਜੀ 101 ਖੰਡ ਪਾਠ ਕਰਨਾ, ਜਦੋਂ ਕਿ ਸਿੱਖ ਧਰਮ ਦੇ ਵਿੱਚ ਖੰਡ ਪਾਠ ਜਿਹੜਾ ਹੈ, ਮੈਂ ਪਹਿਲਾਂ ਵੀ ਤੁਹਾਡੇ ਇਸ ਮੀਡੀਆ ਰਾਹੀਂ ਕਿਹਾ ਸੀਗਾ ਵੀ ਮੈਨੂੰ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ, ਆ ਮੇਰੇ ਤਿੰਨੇ ਜਿਹੜੇ ਚਾਰੇ ਸੱਜਣ ਨੇ ਇਹ ਸਿੱਖ ਨੇ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਇੱਕ ਦਿਖਾ ਦਿਓ ਵੀ ਕਿਤੇ ਖੰਡ ਪਾਠ ਹੋਇਆ ਹੋਵੇ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਇੱਕ ਦਿਖਾ ਦਿਓ ਕਦੀ ਨਗਰ ਕੀਰਤਨ ਨਿਕਲਿਆ ਹੋਵੇ। ਸਿੱਖ ਜਿਹੜਾ ਉਹ ਆਪਣੀ ਗੁਰੂ ਦੀ ਵਿਚਾਰਧਾਰਾ ਨੂੰ ਛੱਡ ਕੇ, ਸਿੱਖ ਗੁਰੂ ਦੇ ਸਤਿਕਾਰ ਨੂੰ ਛੱਡ ਕੇ, ਸਿੱਖ ਗੁਰੂ ਦੀ ਜਿਹੜੀ ਮਾਰਗ ਉਹਨੂੰ ਛੱਡ ਕੇ ਅੱਜ ਪੈਸੇ ਦੇ ਪਿੱਛੇ ਜਿਹੜਾ ਗੁਰੂ ਨੂੰ ਗਲੀਆਂ 'ਚ ਲਈ ਫਿਰਦਾ, ਸੜਕਾਂ 'ਤੇ ਲਈ ਫਿਰਦਾ। ਰੋਜ਼ ਨਗਰ ਕੀਰਤਨ ਨਿਕਲਦੇ ਨੇ। ਇਹ ਮੈਨੂੰ ਦੱਸਣ ਇਹਨਾਂ ਨਗਰ ਕੀਰਤਨਾਂ ਦੇ ਨਾਲ ਸਿੱਖੀ ਦਾ ਕਿੰਨਾ ਫੈਲਾਅ ਹੋਇਆ, ਸਿੱਖੀ ਦਾ ਕਿੰਨਾ ਪ੍ਰਚਾਰ ਹੋਇਆ ਔਰ ਸਿੱਖੀ ਦਾ ਕਿੰਨਾ ਨੁਕਸਾਨ ਹੋਇਆ। ਯਾਰ ਸਾਹਿਬ ਮਿਹਰਬਾਨੀ, ਤੁਹਾਡਾ ਵੀ ਪਿੰਡ ਆ ਗਿਆ। ਪੀਰ ਮੁਹੰਮਦ ਜੀ, ਇਸ ਮੁੱਦੇ ਤੇ ਇਸ ਤੋਂ ਪਹਿਲਾਂ ਡਾਕਟਰ ਸੋਤਾ ਨੇ ਵੀ ਗੱਲ ਕੀਤੀ ਹੈ। ਜਦੋਂ ਆਪਾਂ ਡੇਰਾਬਾਦ ਦੀ ਗੱਲ ਕਰਦੇ ਹਾਂ ਤਾਂ ਸਿੱਧੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹਦੇ ਰਿਆੜ ਸਾਹਿਬ ਨੇ ਵੀ ਜ਼ਿਕਰ ਕੀਤਾ, ਅਕਾਲੀ ਦਲ ਦਾ ਵੀ ਜ਼ਿਕਰ ਹੋਇਆ ਕਿ ਜੇ ਆਪਾਂ ਇੱਦਾਂ ਹੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਉਹਨਾਂ ਨੂੰ ਇਸ ਗੱਲ ਦੇ ਲਈ ਲਿਆ ਜਾਏਗਾ ਕਿ ਡੇਰਾਵਾਦ ਨੂੰ ਖਤਮ ਕਰਨ ਦੇ ਲਈ ਕਦੇ ਉਹਨਾਂ ਦੀ ਮਾਫੀ ਲਈ ਚਿੱਠੀ, ਕਦੇ ਮਾਫੀ ਵਾਪਸ ਲੈਣ ਦੇ ਲਈ ਪੱਤਰ, ਤੇ ਇੱਦਾਂ ਦੀਆਂ ਜਿਹੜੀਆਂ ਹੈਗੀਆਂ ਰਿਆਇਤਾਂ ਤੇ ਕੰਸੈਸ਼ਨ ਜਦੋਂ ਦਿੱਤੇ ਜਾਂਦੇ ਆ ਤਾਂ ਫਿਰ ਡੇਰਾਬਾਦ ਤਾਂ ਪ੍ਰਫੁੱਲਿਤ ਹੋਏਗਾ ਤਾਂ ਇਹ ਮਾਮਲੇ ਉੱਠਣਗੇ। ਤੇ ਸਿੱਧੇ ਤੌਰ ਤੇ ਮਾਮਲਾ, ਕਿਉਂਕਿ ਸਿੱਧੇ ਤੌਰ ਤੇ SGPC ਤੇ ਅਕਾਲੀ ਦਲ ਹੀ ਉਹ ਸੰਸਥਾਵਾਂ ਹੈਗੀਆਂ ਜਿਹੜੀਆਂ ਡੇਰਾਵਾਦ ਦੇ ਮੁੱਦੇ ਤੇ ਸਿੱਖ ਧਰਮ ਦੀ ਹਮਾਇਤ ਦੇ ਵਿੱਚ ਜਾਂ ਸਿੱਖ ਧਰਮ ਦੀ ਜਿਹੜੀ ਕਹਿੰਦੇ ਕਿ ਆਸਥਾ ਦੇ ਵਿੱਚ ਅਸੀਂ ਕਹਿੰਦੇ ਕਿ ਉਹਦੇ ਮੋਹਰੀ ਹੋ ਕੇ ਲੜਾਈ ਲੜਦੀਆਂ। ਜੀ ਦੇਖੋ, ਰਿਆੜ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਕਿ ਨਗਰ ਕੀਰਤਨ ਜਾਂ ਜਲੂਸ ਇਹ ਪਹਿਲਾਂ ਨਹੀਂ ਸੀ ਕੱਢੇ ਜਾਂਦੇ, ਹੁਣ ਕੱਢੇ ਜਾਂਦੇ ਆ। ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਹ ਜਿਹੜਾ ਜਲਾਓ ਹੈ, ਹਰ ਕੌਮ ਜਿਹੜੀ ਹੈ ਉਹ ਆਪਣੇ ਜਲਾਓ ਦਾ ਪ੍ਰਗਟਾਵਾ ਕਰਦੀ ਹੈ, ਇੱਕ ਜੁੜਤਾ ਦਾ ਪ੍ਰਗਟਾਵਾ ਕਰਦੀ ਹੈ ਔਰ ਆਪਣੇ ਗੁਰੂ ਦੇ ਚਰਨਾਂ ਦੇ ਵਿੱਚ ਜਿਹੜੇ ਸਾਡੇ ਨਗਰ ਕੀਰਤਨ, ਜਿਨ੍ਹਾਂ ਨੂੰ ਪਿਛਲੇ ਸਮੇਂ ਦੇ ਵਿੱਚ, ਪੁਰਾਤਨ ਸਮੇਂ ਦੇ ਵਿੱਚ ਜਲੂਸ ਦਾ ਨਾਮ ਦਿੱਤਾ ਜਾਂਦਾ ਸੀ। ਹੁਣ ਤੁਸੀਂ ਦੇਖੋ, ਜਿਹੜੀ ਦੇਸ਼ ਦੀ ਸਭ ਤੋਂ ਵੱਡੀਆਂ ਸਨਾਵਾਂ ਨੇ 3, ਤੇ ਜਦੋਂ 15 ਅਗਸਤ ਆਉਂਦੀ ਜਾਂ 26 ਜਨਵਰੀ ਆਉਂਦੀ ਹੈ ਤਾਂ ਪੂਰੀ ਦੁਨੀਆ ਨੂੰ ਆਪਣੀ ਤਾਕਤ ਦਾ ਮੁਜ਼ਾਹਰਾ ਕਰਨ ਵਾਸਤੇ ਉਹ ਜਿਹੜੀਆਂ ਸਨਾਵਾਂ ਨੂੰ ਇਕੱਠਿਆਂ ਕਰਕੇ ਇੱਕ ਪਰੇਡ ਹੁੰਦੀ ਹੈ। ਔਰ ਉਸ ਪਰੇਡ ਨੂੰ ਮਾਫੀ ਚਾਹਾਂਗਾ ਇਸ ਗੱਲ ਦੇ ਲਈ। ਦੇਖੋ ਆਪਾਂ ਤੁਸੀਂ ਤਾਂ ਬਹੁਤ ਜ਼ਿਆਦਾ ਫੈਡਰੇਸ਼ਨ, ਤੁਹਾਡੀ ਬੜੀ ਕੰਟਰੀਬਿਊਸ਼ਨ, ਮੇਰੀ ਗੱਲ ਸੁਣੋ, ਮੇਰੀ ਗੱਲ ਪੂਰੀ ਹੋ ਲੈਂਦੇ, ਸਨਾਵਾਂ ਦੇ ਨਾਲ ਜਾਂ ਜਿਹੜੀਆਂ ਹੈਗੀਆਂ ਮੇਰੀ ਗੱਲ ਪੂਰੀ ਨਾ ਹੋ ਲੈਂਦੇ, ਪ੍ਰੋਗਰਾਮਾਂ ਨਾਲ ਗੱਲ ਪੂਰੀ ਹੋ ਲੈਂਦੇ, ਸ਼ਾਇਦ ਨਾ ਕਰੀਏ। ਤੁਸੀਂ ਸਵਾਲ ਕੀਤਾ, ਮੈਨੂੰ ਸਵਾਲ ਤਾਂ ਪੂਰਾ ਹੋ ਲੈਂਦੇ ਹੋ, ਤੁਸੀਂ ਵਿੱਚ ਟੋਕੋ ਨਾ, ਗੱਲ ਪੂਰੀ ਕਰਨ ਦਿਓ। ਮੈਂ ਇਹ ਗੱਲ ਕਹਿਣੀ ਚਾਹਣਾ ਕਿ ਇਹ ਉਹ ਤਾਂ ਦੁਨਿਆਵੀ ਗੱਲਾਂ, ਸਾਡੇ ਗੁਰੂ ਦੇ ਸਤਿਕਾਰ ਵਾਸਤੇ ਜਿਹੜੇ ਨਗਰ ਕੀਰਤਨ ਨੇ, ਜਿਹੜੇ ਜਲੂਸ ਨੇ, ਉਹਨਾਂ ਦੀ ਬੜੀ ਵੱਡੀ ਇੱਕ ਅਹਿਮੀਅਤ ਹੈ। ਉਹਦੇ ਨਾਲ ਹੀ ਇੱਕ ਵੱਡਾ ਪ੍ਰਗਟਾਵਾ ਹੁੰਦਾ ਹੈ। ਹਾਂ, ਇਹ ਵੱਖਰੀ ਗੱਲ ਹੈ ਕਿ ਉਹਨਾਂ ਜਲੂਸਾਂ ਦੇ ਵਿੱਚ, ਉਹਨਾਂ ਨਗਰ ਕੀਰਤਨਾਂ ਦੇ ਵਿੱਚ ਇੱਕ ਜਾਬਤਾ, ਇੱਕ ਚੰਗੇ ਤਰੀਕੇ ਦੇ ਨਾਲ ਪ੍ਰਬੰਧ। ਤੁਸੀਂ ਦੇਖੋ, ਜਦੋਂ 5 ਪਿਆਰੇ ਸਾਹਿਬਾਨ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਪ੍ਰਕਾਸ਼ਮਾਨ ਕਰਕੇ, ਸੁਖ ਆਸਨ ਕਰਕੇ ਉਹਨਾਂ ਨੂੰ ਜਦੋਂ ਆਪਾਂ ਲੈ ਕੇ ਜਾਂਦੇ ਆ ਤੇ ਪਿੱਛੇ ਸੰਗਤਾਂ ਹੁੰਦੀਆਂ, ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਆ, ਤੇ ਉਹ ਇੱਕ ਆਪਣਾ ਇੱਕ ਵੱਡਾ ਪ੍ਰਗਟਾਵਾ ਹੁੰਦਾ ਆਪਣੀ ਕੌਮ ਦਾ, ਜਜ਼ਬੇ ਦਾ, ਆਪਣੇ ਗੁਰੂ ਦੀ ਪ੍ਰਤੀ ਸ਼ਰਧਾ ਦਾ। ਦੂਸਰੀ ਗੱਲ ਮੇਨ ਇਹ ਆ, ਇਹ ਜਿਹੜਾ ਜਲਾਓ ਹੈ ਇਹਦੀ ਬਹੁਤ ਵੱਡੀ ਅਹਿਮੀਅਤ ਹੈ। ਦੇਖੋ, ਰਿਆੜ ਸਾਹਿਬ ਇਸ ਗੱਲ ਨੂੰ ਸਮਝਣ, ਸਾਰੇ ਆਪਾਂ, ਤੁਸੀਂ ਉਹਨਾਂ ਨੇ 4 ਬੁਲਾਰਿਆਂ ਦੀ ਗੱਲ ਕੀਤੀ ਕਿ ਆਪਾਂ ਸਾਰੇ ਬੈਠੇ ਆ, ਇਹਦੇ ਤੇ ਵਿਚਾਰ ਕਰੀਏ। ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਬਾਣੀ ਦਿੱਤੀ ਹੈ ਔਰ ਧੁਰ ਕੀ ਬਾਣੀ ਆਈ ਤਿਲ ਸਗਲੀ ਚਿੰਤ ਮਟਾਈ। ਗੁਰੂ ਸਾਹਿਬ ਨੇ ਕਿਹਾ ਕਿ ਬਾਣੀ ਨੂੰ ਪੜ੍ਹਨਾ, ਵਿਚਾਰਨਾ ਔਰ ਉਹਦੇ ਤੇ ਅਮਲ ਕਰਨਾ। ਤੇ ਇਹ ਅਖੰਡ ਪਾਠ ਸਾਹਿਬ ਜਾਂ ਸਹਿਜ ਪਾਠ
ਮੇਰੀ ਬੇਨਤੀ ਪੂਰੀ ਹੋ ਲੈਣ ਦਿਓ। ਜਿਹੜੇ ਖੰਡ ਪਾਠ ਸਾਹਿਬ ਨੇ ਜਾਂ ਸਹਿਜ ਪਾਠ ਨੇ, ਇਹਨਾਂ ਦੀ ਆਪਣੀ ਬਹੁਤ ਵੱਡੀ ਮਹੱਤਤਾ ਹੈ। ਜੇ ਸਾਡੇ ਗੁਰੂ ਨੂੰ, ਬਾਣੀ ਨੂੰ ਅਸੀਂ ਪੜਾਂਗੇ ਹੀ ਨਹੀਂ ਤੇ ਉਹਨੂੰ ਵਿਚਾਰਾਂਗੇ ਕਿਵੇਂ? ਜਿਹੜੀ ਗੱਲ ਹੁਣ ਆਪਾਂ ਨਿਰਾਸ਼ਾ ਦੇ ਵਿੱਚ, ਮੈਂ ਅੱਗੇ ਵੀ ਬੀਬੀ ਸੋਤਾ ਨੂੰ ਇਹ ਗੱਲ ਕਹੀਏ ਕਿ ਹਰ ਡਿਬੇਟ ਦੇ ਵਿੱਚ ਜੇ ਅਸੀਂ ਨਿਰਾਸ਼ਾ ਵਾਲੀਆਂ ਗੱਲਾਂ ਕਰੀ ਜਾਵਾਂਗੇ, ਅਸੀਂ ਮਰ ਗਏ, ਲੁੱਟੇ ਗਏ ਜੀ, ਸਾਡੇ ਪੱਲੇ ਕੁਝ ਨਹੀਂ, ਤਾਂ ਫਿਰ ਸਾਡੇ ਪੱਲੇ ਕਿੰਨੇ ਪਾਉਣਾ? ਜੀ ਉਹਨਾਂ ਨੇ ਸਪਸ਼ਟ ਤੌਰ ਤੇ, ਮੈਂ ਥੋੜਾ ਸਪਸ਼ਟ ਕਰ ਦਿਆਂ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇ ਡੇਰਾ ਮੁਖੀ ਨੂੰ ਸਿੰਘ ਸਾਹਿਬਾਨ ਵੱਲੋਂ ਮਾਫੀ ਦਾ ਮੁੱਦਾ ਆਏਗਾ, ਮੇਰੀ ਗੱਲ ਪੂਰੀ ਹੋ ਇਸ ਮਾਮਲੇ ਤੇ ਸਵਾਲ ਉੱਠਣਗੇ। ਉਹਨਾਂ ਨੇ ਨਿਰਾਸ਼ਾ ਦੀ ਗੱਲ ਨਹੀਂ ਕੀਤੀ। ਜਿਨ੍ਹਾਂ ਦੇ ਉੱਤੇ ਸ਼ੰਕੇ ਅਸੀਂ ਠਾ ਰਹੇ ਹਾਂ, ਉਹਨਾਂ ਦੇ ਨਾਲ ਪਿਛਲੇ ਸਮੇਂ ਤੋਂ ਜਿਸ ਤਰੀਕੇ ਦੇ ਨਾਲ ਜੋ ਪੰਜਾਬ ਦੀ ਧਰਤੀ ਦੇ ਉੱਤੇ ਅੱਜ ਜਿੰਨੀਆਂ ਝਿੜਕਾਂ ਪੈ ਰਹੀਆਂ ਜਾਂ ਜੋ ਕੁਝ ਵਾਪਰ ਰਿਹਾ ਹੈ, ਹਰ ਜਣਾ ਖਣਾ ਉੱਠ ਕੇ ਜੋ ਉਹਨਾਂ ਦੇ ਬਾਰੇ ਬੋਲ ਰਿਹਾ ਹੈ, ਉਹਦੇ ਤੋਂ ਪਹਿਲਾਂ ਰਿਆੜ ਸਾਹਿਬ, ਹੁਣ ਤੁਸੀਂ ਦੇਖੋ ਇਹਨਾਂ ਦੀ ਜ਼ਿੰਦਗੀ ਦਾ, ਮੈਂ ਤਾਂ ਇਹਨਾਂ ਦਾ ਬੱਚਾ ਹਾਂ, ਇਹਨਾਂ ਨੇ ਆਪਣੀ ਜ਼ਿੰਦਗੀ ਦਾ ਘੱਟੋ ਘੱਟ ਵੀ 60 ਸਾਲ ਉਸੇ ਪਾਰਟੀ ਦੇ ਵਿੱਚ ਕੰਮ ਕੀਤਾ ਔਰ ਬਾਦਲ ਸਾਹਿਬ ਦੇ ਨਾਲ ਰਹੇ ਨੇ। ਔਰ ਇਹਨਾਂ ਦੇ ਸਮੇਂ ਦੇ ਦਰਮਿਆਨ ਹੀ ਨਿਰੰਕਾਰੀ ਕਾਂਡ ਵੀ ਵਾਪਰਿਆ, ਇਹਨਾਂ ਦੇ ਸਮੇਂ ਕਿੰਨੀਆਂ ਘਟਨਾਵਾਂ ਵਾਪਰੀਆਂ ਨੇ। ਇਹ ਉਦੋਂ ਵੀ ਉਸ ਗੱਲ ਨੂੰ ਮਜਬੂਰੀ ਵਸ ਸਾਰਾ ਜਦੋਂ ਅਸੀਂ ਆਏ ਆ, ਮੇਰੀ ਗੱਲ ਸੁਣ ਲਓ, ਪੂਰੀ ਕਰ ਲੈਣ ਦਿਓ ਗੱਲ। ਜਦੋਂ ਹੁਣ ਅਸੀਂ ਆਏ ਆ, ਅਸੀਂ ਕਿਸੇ ਦੀ ਖੁਸ਼ਾਮਦ ਕਰਨ ਵਾਸਤੇ ਨਹੀਂ ਆਏ, ਅਸੀਂ ਆਪਣੀ ਇਹ ਗੱਲ ਕਹਿ ਰਹੇ ਹਾਂ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਏ, ਜਿਹਦੇ ਬਾਰੇ ਆਪਾਂ ਹਰ ਵਾਰ ਇੱਕੋ ਗੱਲ ਹੀ ਕਰ ਰਹੇ ਹਾਂ ਕਿ ਕਿਸੇ ਵੀ ਤਰੀਕੇ ਦੇ ਨਾਲ ਜੀ ਇਹ ਤਾਂ ਬਿਲਕੁਲ ਖਤਮ ਹੋ ਗਿਆ ਜੀ, ਇਹ ਮਾਰਿਆ ਗਿਆ ਜੀ, ਇਹ ਬਰਬਾਦ ਹੋ ਗਿਆ, ਇਹਨੂੰ ਬਚਾਉਣਾ ਕਿੰਨੇ ਆ? ਚਲੋ ਤੁਹਾਡਾ ਆ ਗਿਆ, ਬਿਲਕੁਲ ਠੀਕ ਹੈ। ਇਸ ਮੁੱਦੇ ਤੇ ਵੀ ਗੱਲ ਹੋਣੀ ਚਾਹੀਦੀ ਹੈ। ਪੀਰ ਮੁਹੰਮਦ ਜੀ, ਤੁਹਾਡੀ ਗੱਲ ਆ ਗਈ। ਗੁੱਸਾ ਜੀ, ਇਸੇ ਮਾਮਲੇ ਦੇ ਉੱਤੇ ਮੈਂ ਜਦੋਂ ਗੱਲ ਸਿੰਘ ਸਾਹਿਬਾਨ ਦੀ ਹੁੰਦੀ ਹੈ, ਡੇਰਿਆਂ ਦੀ ਗੱਲ ਹੁੰਦੀ ਹੈ, ਤਾਂ ਡਾਕਟਰ ਸੋਤਾ ਨੇ ਕਿਹਾ ਵੀ ਜੇ ਮਾਫੀਨਾਮੇ ਦੀ ਗੱਲ ਆਏਗੀ, ਜੇ ਮਾਫੀਨਾਮਾ ਕਦੇ ਦੇਣ ਦੇ ਕਦੇ ਲੈਣ ਦੀ ਗੱਲ ਆਏਗੀ, ਇੱਦਾਂ ਰਿਆੜ ਸਾਹਿਬ ਨੇ ਆਪਣੇ ਢੰਗ ਨਾਲ ਵੀ ਸਵਾਲ ਉਠਾਏ ਹੈ। ਇੱਦਾਂ ਦੇ ਮੁੱਦੇ ਆਉਂਦੇ ਆ ਤਾਂ ਫਿਰ ਆਪਣੇ ਆਪ ਹੀ ਜਿਹੜੇ ਡੇਰੇ ਆ ਉਹਨਾਂ ਨੂੰ ਉਤਸ਼ਾਹ ਮਿਲਦਾ ਹੈ ਜਾਂ ਅੱਗੇ ਇੱਦਾਂ ਦੀਆਂ ਛਿੰਗੜੀਆਂ ਛਿੜਦੀਆਂ ਜਿਹੜੀਆਂ ਜਾ ਕੇ ਗੰਭੀਰ ਸਥਿਤੀ ਪੈਦਾ ਕਰਦੀਆਂ। ਸਿੱਧੂ ਸਾਹਿਬ, ਅਹਿਮ ਗੱਲ ਹੈ। ਦੇਖੋ, ਸ਼ਾਇਦ ਪੀਰ ਮੁਹੰਮਦ ਜੀ ਗੱਲ ਨੂੰ ਸਮਝ ਨਹੀਂ ਪਾ ਰਹੇ। ਜੋ ਬੀਬੀ ਸੋਤਾ ਜੀ ਨੇ ਕਿਹਾ ਜਾਂ ਰਿਆੜ ਸਾਹਿਬ ਨੇ ਕਿਹਾ, ਉਹ ਦੁਖੀ ਹਿਰਦੇ ਨਾਲ ਕਹਿੰਦੇ ਵੀ ਦੁਖੀ ਹਿਰਦੇ ਨਹੀਂ ਹੋਣੇ ਚਾਹੀਦੇ, ਹਰ ਵੇਲੇ ਰੋਣਾ ਨਹੀਂ ਚਾਹੀਦਾ, ਪਰ ਉਹਨਾਂ ਨੂੰ ਸਮਝ ਨਹੀਂ ਆ ਰਹੀ ਕੀ ਕਹਿਣਾ ਚਾਹ ਰਹੇ। ਪਹਿਲਾਂ ਇਹ ਸਮਝੋ ਕਿ ਜਿਹੜੀ ਸਿੱਖ ਪੰਥ ਦੀ ਜਿਹੜੀ ਸਿਰਮੌਰ ਸੰਸਥਾ ਹੈਗੀ, ਸ਼੍ਰੋਮਣੀ ਕਮੇਟੀ ਹੈ। ਸ਼੍ਰੋਮਣੀ ਕਮੇਟੀ ਦਾ 1920 'ਚ ਗਠਨ ਹੋਇਆ, 1925 ਦੇ ਵਿੱਚ ਇਹਦਾ ਸਾਰਾ ਸੰਵਿਧਾਨ ਬਣਿਆ। ਉਹਦਾ ਮੇਨ ਮੂਲ ਸੰਵਿਧਾਨ ਜਿਹੜਾ ਸੀਗਾ, ਉਹਦਾ ਮੂਲ ਭਾਵ ਕੀ ਸੀਗਾ? ਭਾਵ ਸੀ ਸਿੱਖ ਪੰਥ ਚੜ੍ਹਦੀ ਕਲਾ ਦੇ ਵਿੱਚ ਰਵੇ, ਸਿੱਖੀ ਸਾਡੀ ਚੜ੍ਹਦੀ ਕਲਾ 'ਚ ਰਵੇ, ਜੋ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਹੈ ਘਰ ਘਰ ਜਾਵੇ। ਪਰ ਮੈਨੂੰ ਜਿਹੜੇ ਬੈਠੇ ਆ ਪੀਰ ਮੁਹੰਮਦ ਸਾਹਿਬ, 100 ਸਾਲ ਦੇ ਇਤਿਹਾਸ ਦੇ ਵਿੱਚ ਅਚੀਵਮੈਂਟ ਦੱਸਣ ਵੀ ਸ਼੍ਰੋਮਣੀ ਕਮੇਟੀ ਨੇ ਆਹ ਅਚੀਵਮੈਂਟ ਕਰਤੀ। ਹੁਣ ਗੱਲ ਕਿਸੇ ਡੇਰੇ ਦੀ ਗੱਲ ਆਪਾਂ ਨਾ ਕਰੀਏ, ਪਹਿਲਾਂ ਆਪਣੀ ਗੱਲ ਕਰੀਏ। ਅਸੀਂ ਕੀ ਉਦੋਂ ਵੀ ਤੁਹਾਨੂੰ ਯਾਦ ਹੋਣਾ ਜਦੋਂ ਸਿੱਖ ਕਹਿੰਦੇ ਸੀ ਖਤਮ ਹੋ ਗਏ, ਤੇ ਬੋਤਾ ਸਿੰਘ, ਗਰਜਾ ਸਿੰਘ ਵਰਗਿਆਂ ਨੇ ਆਪਣੀ ਹੋਂਦ ਕਾਇਮ ਕਰਕੇ ਦਿਖਾਇਆ ਸੀਗਾ ਅਸੀਂ ਹੈਗੇ ਆ। ਸਿੱਖੀ ਨਹੀਂ ਗੁਰੂ ਸਾਹਿਬ ਦੀ ਮਰਨੀ, ਪਰ ਜਿਹੜੀ ਜ਼ਿੰਮੇਵਾਰੀ ਬਣਦੀ ਸੀ ਸ਼੍ਰੋਮਣੀ ਕਮੇਟੀ ਦੀ 100 ਸਾਲ ਦੇ ਵਿੱਚ, ਕੋਈ ਇਹੋ ਜਿਹੀ ਅਚੀਵਮੈਂਟ ਗਿਣਾ ਦੇਣ ਜਿਹਦੇ ਨਾਲ ਸਾਡੀ ਸਿੱਖ ਪੰਥ ਚੜ੍ਹਦੀ ਕਲਾ 'ਚ ਗਿਆ ਹੋਵੇ। ਦੂਜੀ ਗੱਲ ਹੈ, ਸਾਡੀ ਜ਼ਿੰਮੇਵਾਰੀਆਂ ਤੋਂ ਆਪਾਂ ਭੱਜਦੇ ਕਿਉਂ ਆ? ਅੱਜ ਵੀ ਕਲਚਰ, ਹੁਣ ਦੇਖੋ, ਚਾਹੇ ਬੀਬੀ ਜਗੀਰ ਕੌਰ ਜੀ ਨੇ ਗੱਲ ਕੀਤੀ ਹੈ, ਕਲਚਰ ਤਾਂ ਇਹੀ ਗੱਲ ਕੀਤੀ ਹੈ ਕਿ ਲਿਫਾਫਿਆਂ 'ਚ ਪ੍ਰਧਾਨ ਨਿਕਲਦੇ, ਇਹਦਾ ਮਤਲਬ ਉਹਨਾਂ ਨੂੰ ਪਤਾ ਅੰਦਰ ਕੀ ਹੁੰਦਾ ਸੀਗਾ। ਕੀ ਏਦਾਂ ਹੁੰਦਾ ਨਹੀਂ? ਅੱਜ ਵੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਦੀ ਚੋਣ ਪੋਲੀਟੀਕਲ ਬੰਦਿਆਂ ਵੱਲੋਂ ਨਹੀਂ ਕੀਤੀ ਜਾ ਰਹੀ। ਇਸ ਚੀਜ਼ ਤੋਂ ਆਪਾਂ ਕਿਉਂ ਮੁਨਕਰ ਹਾਂ? ਜਦੋਂ ਆਪਾਂ ਇਸ ਚੀਜ਼ਾਂ ਤੋਂ ਨਿਕਲਾਂਗੇ ਨਾ, ਫਿਰ ਤੁਹਾਨੂੰ ਰਿਆੜ ਸਾਹਿਬ ਦੀ ਗੱਲ ਵੀ ਸਮਝ ਆਊਗੀ, ਉਹਨਾਂ ਦਾ ਦੁੱਖ ਕੀ ਆ, ਬੀਬੀ ਸੋਤਾ ਜੀ ਦੀ ਗੱਲ ਕੀ ਦੁੱਖ ਹੋਊਗੀ, ਸਾਰੇ ਸਿੱਖ ਪੰਥ ਦਾ ਦੁੱਖ ਸਮਝ ਆਊਗਾ ਕਿ ਇਹਨਾਂ ਨੇ ਮਾਫੀ ਦਿੱਤੀ, ਕਿ ਇਹਨਾਂ ਨੇ ਪੋਲੀਟੀਕਲ ਕਾਰਨਾਂ ਕਰਕੇ ਮਾਫੀ ਦਿੱਤੀ, ਉਹ ਅਲੱਗ ਵਿਸ਼ੇ ਆ। ਪਰ ਉਹਦਾ ਜੇ ਨਿਗਾਰ ਅੱਜ ਪੰਥ ਦਾ ਨਿਗਾਰ ਆਇਆ ਨਾ, ਜੇ ਅੱਜ ਸਿੰਘ ਸਾਹਿਬ ਵਰਗਿਆਂ ਨੂੰ ਵੱਡੇ ਜਿਨ੍ਹਾਂ ਦੇ ਉੱਤੇ ਸਾਡਾ ਬੋਲਣਾ ਫਰਜ਼ ਵੀ ਨਹੀਂ ਪੜਦਾ, ਸਾਡੀ ਇੰਨੀ ਔਕਾਤ ਵੀ ਨਹੀਂ ਹੈਗੀ ਅਸੀਂ ਸਿੰਘ ਸਾਹਿਬ ਤੇ ਬੋਲੀਏ, ਉਹਦੇ ਤੇ ਇੱਕ ਬੱਚਾ ਉੱਠ ਕੇ ਵੀ ਬੋਲ ਦਿੰਦਾ। ਉਹਦਾ ਕਾਰਨ, ਨਿਗਾਰ ਦਾ ਕਾਰਨ ਇਹ ਤੁਸੀਂ ਹੋ। ਇਹ ਗੱਲ ਨੂੰ ਸਮਝਣਾ ਪੈਣਾ ਆ। ਤੇ ਜੇ ਨਹੀਂ ਸਮਝਾਂਗੇ, ਅੱਖਾਂ ਬੰਦ ਕਰਕੇ ਨਹੀਂ ਸਮਝਾਂਗੇ, ਤੇ ਕਹਿੰਦੇ ਵੀ ਕਬੂਤਰ ਅੱਖਾਂ ਬੰਦ ਕਰ ਲਵੇ ਬਿੱਲੀ ਲੰਘ ਜੂਗੀ, ਬਿੱਲੀ ਨਹੀਂ ਲੰਘਦੀ। ਇਸ ਕਰਕੇ ਸਮਝੋ, ਸਿੱਖ ਪੰਥ ਦੇ ਡਾਊਨਫਾਲ ਦਾ ਕਾਰਨ ਪੋਲੀਟੀਕਲ ਲੋਕਾਂ ਨੇ ਆਪਣੇ ਹੱਥ 'ਚ ਲਿਆ। ਇਹਦੇ ਵਿੱਚੋਂ ਨਿਕਲੋ। ਤੁਹਾਡੀ ਗੱਲ ਆ ਗਈ, ਨਗਰ ਕੀਰਤਨ ਆਪਾਂ ਜਵਾ ਲੈ ਲਈਏ। ਨਗਰ ਕੀਰਤਨ ਨਿਕਲਣ, ਗੁਰੂ ਸਾਹਿਬ ਦੇ ਪਾਠ ਹੋਣ, ਪਰ ਬਾਣੀ ਨੂੰ ਸਮਝਣਾ ਪੈਣਾ। ਸ਼ਬਦ ਗੁਰੂ ਦੀ ਗੱਲ ਕੀਤੀ ਹੈ, ਸ਼ਬਦ ਗੁਰੂ। ਜੇ ਸਾਡੇ ਅੰਦਰ ਸ਼ਬਦ ਵਸੂਗਾ ਨਾ, ਤੇ ਫਿਰ ਸਾਰੀਆਂ ਚੀਜ਼ਾਂ ਦੇ ਹੱਲ ਵੀ ਨਿਕਲਣ ਲੱਪੋਗੇ। ਇਹ ਚੀਜ਼ ਨਿਕਲਣੀ ਪੈਣੀ ਹੈ। ਗੁਰੂ ਸਾਹਿਬ ਨੇ ਕੀ ਕਿਹਾ? ਇੱਕ ਮਿੰਟ, ਬਾਣੀ 'ਚ ਕੀ ਦਰਜ ਕੀਤਾ? ਕਬੀਰ ਜੀ ਦੀ ਬਾਣੀ ਹੈਗੀ ਆ, ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਝੂਠਾ ਉਹ ਜਿਹੜਾ ਵਿਚਾਰਦਾ ਨਹੀਂ। ਸਾਨੂੰ ਵਿਚਾਰ ਕਰਨੀ ਪੈਣੀ ਹੈ। ਜੇ ਕੋਈ ਪੰਥ 'ਚ ਗੱਲ ਰੱਖੀ ਨਾ ਕਿਸੇ ਸਿਆਣੇ ਨੇ, ਤੇ ਉੱਤੇ ਵਿਚਾਰ ਚਰਚਾ ਕਰਕੇ ਆਪਾਂ ਦਾ ਹੱਲ ਕੱਢੀਏ। ਓਕੇ, ਥੈਂਕ ਯੂ ਵੈਰੀ ਮਚ। ਪੀਰ ਮੁਹੰਮਦ ਜੀ ਇਸ ਮੁੱਦੇ ਤੇ ਗੱਲ ਕਰਨੀ ਚਾਹੁੰਦੇ ਆ। ਪੀਰ ਮੁਹੰਮਦ ਜੀ, ਜਿਸ ਮਾਮਲੇ ਤੇ ਜ਼ਿਕਰ ਕੀਤਾ ਜਾ ਰਿਹਾ ਹੈ,
ਤੁਸੀਂ ਉਸ ਦੇ ਸਵਾਲ ਦੇਖੋ, ਦਾ ਜਵਾਬ ਵੀ ਦੇਣਾ ਚਾਹੁੰਦੇ ਆ, ਪਰ ਜਿਸ ਤਰ੍ਹਾਂ ਗੋਸ਼ਾ ਜੀ ਨੇ ਕਿਹਾ, ਉਹ ਕਹਿੰਦੇ ਜੋ ਨਿਗਾਰ ਆਇਆ, ਚਾਹੇ SGPC ਦੀ ਗੱਲ ਹੈ, ਅਕਾਲੀ ਦਲ ਦੀ ਜ਼ਿੰਮੇਵਾਰ ਹੈ, ਜਿਹੜੀ ਮੌਜੂਦਾ ਲੀਡਰਸ਼ਿਪ ਹੈ ਉਹੀ ਸਿੱਧੇ ਤੌਰ ਤੇ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਦੀ। ਦੇਖੋ, ਇੱਕ ਤਾਂ ਗੱਲ ਇਹ ਆ ਕਿ ਅਸੀਂ ਤਿੰਨੇ ਇਨਸਾਨ, ਗੁਰਦੀਪ ਸਿੰਘ ਗੋਸ਼ਾ, ਰਿਆੜ ਸਾਹਿਬ ਤੇ ਮੈਂ, ਦੇਖੋ ਮੈਂ ਤਾਂ ਹੁਣ ਇਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਇਆ। ਇਹਨਾਂ ਨੇ ਸਭ ਤੋਂ ਜ਼ਿਆਦਾ ਟਾਈਮ ਉਸ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹਿ ਕੇ ਇਹ ਸਾਰੀਆਂ ਗੱਲਾਂ, ਅਸੀਂ ਬਾਹਰ ਰਹਿ ਕੇ ਇਹਦਾ ਵਿਰੋਧ ਕਰਦੇ ਰਹੇ ਹਾਂ, ਡਟ ਕੇ ਕਰਦੇ ਰਹੇ ਹਾਂ, ਅੱਜ ਅੰਦਰ ਖੜ ਕੇ ਇਹਨਾਂ ਗੱਲਾਂ ਦਾ ਕਰ ਰਹੇ ਹਾਂ। ਪਰ ਮੈਨੂੰ ਇਹ ਗੋਸ਼ਾ ਸਾਹਿਬ ਜਿਹੜੀ ਆਹ ਗੱਲ ਕਹਿ ਰਿਹਾ ਕਿ 100 ਸਾਲ ਦੇ ਇਤਿਹਾਸ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੀ ਅਚੀਵਮੈਂਟ ਹੈ, ਦੱਸੋ। ਇਹ ਆਪਣੇ ਆਪ ਵਿੱਚ ਕਿੱਡਾ ਵੱਡਾ ਸਵਾਲ ਹੈ ਕਿ ਤੁਹਾਨੂੰ ਇਹ ਨਹੀਂ ਸਮਝ ਲੱਗੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੀ ਅਚੀਵਮੈਂਟ ਹੈ। ਇਹਦੇ ਵਿੱਚ ਆਹ ਜਿਹੜਾ ਪੀਰੀਅਡ ਹੈ, ਇਹ ਪੀਰੀਅਡ ਨੂੰ ਛੱਡ ਕੇ ਆ ਜਿਹੜੀਆਂ ਮੌਜੂਦਾ ਸਮੇਂ ਦੇ ਵਿੱਚ ਘਟਨਾਵਾਂ ਵਾਪਰੀਆਂ ਨੇ, ਸ਼੍ਰੋਮਣੀ ਅਕਾਲੀ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਇੱਕ ਸਿਸਟਮ ਹੈ, ਉਹਦੇ ਵਿੱਚ ਕਦੇ ਕੋਈ ਪ੍ਰੋਬਲਮ ਨਹੀਂ ਆਈ। ਅੱਜ ਤੁਸੀਂ ਦੇਖੋ, ਗੁਰੂ ਕਾ ਲੰਗਰ ਹੈ, ਹਰਮੰਦਰ ਸਾਹਿਬ ਜੀ ਦੇ ਜਿਹੜੀਆਂ ਸੰਗਤਾਂ ਪਹੁੰਚਦੀਆਂ ਪ੍ਰਬੰਧ ਨੇ, ਜਾਂ ਜਿੰਨੇ ਵੀ ਸਾਡੇ ਧਾਰਮਿਕ ਸਥਾਨ ਨੇ, ਇਹ ਜਿੰਨੇ ਵਿਦਿਅਕ ਅਦਾਰੇ ਨੇ, ਜਾਂ ਜਿਹੜਾ ਸਿਸਟਮ ਹੈ, ਮੈਡੀਕਲ ਕਾਲਜ ਨੇ, ਇਹ ਸਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਲਾਉਂਦੀ ਆ ਰਹੀ ਹੈ। ਜਿਸ ਮੁੱਦੇ ਤੇ ਗੱਲ ਕਰ ਰਹੇ ਹੋ, ਦੇਖੋ ਗੱਲ ਸਮਝ ਨਹੀਂ ਰਹੇ ਸਾਡੇ 9 1 ਮਿੰਟ ਸਿੱਧੂ ਸਾਹਿਬ, ਇਹਨਾਂ ਨੂੰ ਗੱਲ ਸਮਝ ਨਹੀਂ ਆਈ। ਮੇਰੀ ਸ਼ੁਰੂ ਇਹ ਕਹਿ ਰਹੇ ਸਿੱਧੂ ਸਾਹਿਬ, ਇੱਕ ਛੋਟੀ ਜਿਹੀ ਕਮੇਟੀ, ਇਹ ਗੱਲ ਕਰਨੀ ਚਾਹੁੰਦਾ ਪੀਰ ਮੁਹੰਮਦ ਜੀ, ਇੱਕ ਛੋਟੀ ਜਿਹੀ ਗੱਲ, ਸਾਡੇ ਬੱਚੇ ਅੱਜ ਬਾਹਰ ਜਾ ਰਹੇ ਆ, ਸਾਡੇ ਬੱਚੇ ਪੰਜਾਬ 'ਚ ਰਹਿਣ ਨੂੰ ਤਿਆਰ ਨਹੀਂ, ਖਾਸ ਕਰਕੇ ਸਿੱਖਾਂ ਦੇ ਬੱਚੇ ਪੰਜਾਬ 'ਚੋਂ ਬਾਹਰ ਜਾ ਰਹੇ, ਉਹਦਾ ਹੱਲ ਕੀ ਹੈ? ਉਹਦੀ ਜ਼ਿੰਮੇਵਾਰੀ ਕਿਹਦੀ ਸੀਗੀ? ਕਿ ਅਸੀਂ UPSC ਸੈਂਟਰ ਨਾ ਤੇ ਖੋਲਦੇ ਕਿ IELTS ਸੈਂਟਰ ਖੋਲਣ ਨੂੰ ਚਾਹੀਦੇ ਆ? ਦੇਖੋ, ਇਹ ਗੱਲਾਂ ਇੱਕ ਰਾਤ ਦੇ ਵਿੱਚ ਨਹੀਂ ਹੋ ਗਈਆਂ, ਇਹ ਗੱਲਾਂ ਤਾਂ ਬੜੇ ਲੰਮੇ ਸਮੇਂ ਤੋਂ ਚੱਲਦੀਆਂ ਆ ਰਹੀਆਂ। ਪਰ ਆਪਾਂ ਨੂੰ ਅੱਜ ਗੱਲ ਕਰ ਰਿਹਾ ਜੀ, ਆਪਾਂ ਨੂੰ ਅੱਜ ਸ਼੍ਰੋਮਣੀ ਕਮੇਟੀ ਦੀ ਗੱਲ ਕਰ ਰਿਹਾ, ਮੈਂ ਰਾਜ ਦੀ ਗੱਲ ਨਹੀਂ ਕਰ ਰਿਹਾ, ਸ਼੍ਰੋਮਣੀ ਕਮੇਟੀ ਦੀ ਗੱਲ ਕਰ ਰਿਹਾ। ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹੁਣ ਤੁਸੀਂ ਦੇਖੋ, ਤੁਹਾਡੇ ਹੀ ਆਪਣੇ ਇੱਥੇ ਜਥੇਦਾਰ ਅਵਤਾਰ ਸਿੰਘ ਮੱਕੜ ਰਹੇ, ਤੁਸੀਂ ਲੁਧਿਆਣੇ ਦੇ ਵਿੱਚ ਰਹਿੰਦੇ ਰਹੇ ਹੋ, ਕਿੰਨੀ ਕੁ ਵਾਰੀ ਤੁਸੀਂ ਉਹਨੂੰ ਅਰੇਂਜ ਕੀਤਾ ਇਸ ਗੱਲ ਨੂੰ? ਉਹਨਾਂ ਨੇ ਜਦੋਂ ਉਹਨਾਂ ਦੇ ਉੱਤੇ ਏਡੇ ਵੱਡੇ ਦੋਸ਼ ਲੱਗੇ ਸੀ, ਉਸ ਗੱਲ ਨੂੰ ਕਦੀ ਤੁਸੀਂ ਰੇਜ਼ ਕੀਤਾ ਹੋਵੇ? ਹਾਂ, ਬਿਲਕੁਲ ਬਿਲਕੁਲ ਜੀ ਪੀਰ ਮੁਹੰਮਦ ਜੀ, ਪਹਿਲੀ ਗੱਲ ਤਾਂ ਤੁਹਾਨੂੰ ਸ਼ਾਇਦ ਪਤਾ ਨਹੀਂ, ਮੈਂ ਉਹਨਾਂ ਦੇ ਖਿਲਾਫ ਇਲੈਕਸ਼ਨ ਲੜਿਆ। ਇੱਕ ਮੁੱਦਾ ਇਹੀ ਸੀਗਾ ਵੀ ਸਿੱਖ ਪੰਥ ਦੀ ਕੋਈ ਪ੍ਰੋਬਲਮ ਹੈਗੀ ਹੈ, ਤੇ ਮੈਂ ਉਹਨਾਂ ਨੂੰ ਮੁੱਦੇ ਬਾਰ-ਬਾਰ ਜਾ ਕੇ ਗਿਣਾਉਂਦਾ ਸੀ। ਮੇਰੇ ਘੱਟੋ ਘੱਟ 50 ਇਹੋ ਜਿਹੇ ਮੁੱਦੇ ਜਿਹੜੇ ਮੈਂ ਉਹਨਾਂ ਕੋਲ ਗੋਲਡਨ ਸਰੂਪ ਵਾਲਾ ਮੁੱਦਾ ਮੈਂ ਲੈ ਗਿਆ, ਜਿਹਦੇ ਵਿੱਚ ਗੁਰਬਾਣੀ ਬਿਲਕੁਲ ਹੀ ਗਲਤ ਵਿੱਚ ਦਰਜ ਕੀਤੀ ਗਈ ਸੀ। ਪਹਿਲਾਂ ਵੀ ਇਲੈਕਸ਼ਨ ਤੋਂ ਪਹਿਲਾਂ ਵੀ ਤੇ ਬਾਅਦ ਚੋਂ ਵੀ ਮੈਂ ਕਰਦਾ ਰਿਹਾ, ਮੇਰੇ ਬਾਅਦ ਦੇ ਵੀ ਬਿਆਨ ਹੈਗੇ ਆ। ਮੈਂ ਤਾਂ ਉਦੋਂ ਵਿੱਚ ਸ਼ਰਾਬ ਦੇ ਠੇਕੇ ਦੇ ਬਾਰੇ, ਦੁੱਧ ਦੇ ਠੇਕੇ ਲਾਉਂਦਾ ਰਿਹਾ ਜਦੋਂ ਅਕਾਲੀ ਦਲ ਦੀ ਸਰਕਾਰ ਸੀ, ਮੈਨੂੰ ਚਾਹੇ ਉੱਪਰੋਂ ਕਹਿੰਦੇ ਰਹੇ, ਪਰ ਮੈਂ ਆਪਣੇ ਕੰਮਾਂ ਤੋਂ ਨਹੀਂ ਪਿੱਛੇ ਹਟਦਾ, ਮੈਂ ਉਦੋਂ ਵੀ ਕਰਦਾ ਰਿਹਾ। ਮੈਂ ਪਤਾ ਕੀ ਗੱਲ ਕਹਿ ਰਿਹਾ, ਮੈਂ ਅੱਜ ਇਹ ਗੱਲ ਕਹਿ ਰਿਹਾ ਕਿ ਅੱਜ ਆਪਾਂ ਨੂੰ ਇਸ ਦੇ ਵਿੱਚ ਜੇ ਆਪਾਂ ਸਾਰਾ ਕੁਝ ਨੈਗੇਟਿਵ ਕਰੀ ਜਾਵਾਂਗੇ ਨਾ, ਤੇ ਫਿਰ ਏਡੀ ਵੱਡੀ ਸੰਸਥਾ ਜਿਹੜੀ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹਦੇ ਉੱਪਰ ਜਿਸ ਤਰੀਕੇ ਦੇ ਨਾਲ ਅੱਜ ਅਟੈਕ ਹੋ ਰਹੇ ਨੇ, ਉਹ ਆਪਾਂ ਆਪਣੇ ਹੱਥੋਂ ਦਾ ਨੁਕਸਾਨ ਕਰਾਂਗੇ, ਕੋਈ ਹੋਰ ਬਾਹਰਲਾ ਨਹੀਂ ਕਰੇਗਾ। ਅੱਜ ਜਿਹੜੀ ਇਹ ਸੰਸਥਾ ਹੈ, ਇਸ ਸੰਸਥਾ ਦੇ ਬਾਰੇ ਚ ਜਿਹੜੇ ਨਿਗਾਰ ਆਏ ਨੇ, ਉਹਨਾਂ ਨੂੰ ਦੂਰ ਕਿਹਨੇ ਕਰਨਾ? ਸਿੱਖਾਂ ਨਹੀਂ ਕਰਨਾ, ਕਿਸੇ ਬਾਹਰਲੇ ਨੇ ਨਹੀਂ ਕਰਨਾ। ਪੀਰ ਮੁਹੰਮਦ ਜੀ, ਤੁਹਾਡਾ ਰਿਪੋਰਟ ਆ ਗਿਆ। ਡਾਕਟਰ ਸੋਤਾ ਕਾਫੀ ਦੇਰ ਦਾ ਇੰਤਜ਼ਾਰ ਕਰ ਰਿਹਾ। ਡਾਕਟਰ ਸੋਤਾ, ਪੀਰ ਮੁਹੰਮਦ ਉਹਨਾਂ ਦਾ ਇਹੀ ਕਹਿਣਾ ਕਿ ਜਦੋਂ ਆਪਾਂ ਗੱਲ ਕਰਦੇ ਹਾਂ ਸਿੰਘ ਸਾਹਿਬਾਨ ਦੀ, ਸਿੱਖ ਸੰਸਥਾਵਾਂ ਦੀ, ਉਹ ਕਹਿੰਦੇ ਕਿ ਆਪਾਂ ਜਿਹੜਾ ਨਾ ਪੱਖੀ ਰੁਝਾਨ ਆ ਉਹ ਇੰਨਾ ਜ਼ਿਆਦਾ ਭਾਰੂ ਹੋ ਜਾਂਦਾ ਹੈ, ਅਸੀਂ ਜਿਹੜੀਆਂ ਚੰਗੀਆਂ ਗੱਲਾਂ ਉਹਨਾਂ ਨੂੰ ਛੱਡ ਕੇ ਨਾ ਪੱਖੀ ਇਸ਼ੂਜ਼ ਦੇ ਉੱਤੇ ਹੀ ਆਪਾਂ ਜਿਹੜਾ ਮੁੱਦਾ ਫੋਕਸ ਕਰਦੇ ਰਹਿੰਦੇ ਹਾਂ। ਜੀ ਸਿੱਧੂ ਸਾਹਿਬ, ਪਹਿਲਾਂ ਮੈਂ ਕਹਿੰਦੀ ਆ ਕਿ ਗੁਰੂ ਸਾਹਿਬ ਨੇ ਸਾਨੂੰ ਏਕ ਓਂਕਾਰ ਇੱਕ ਦੇ ਨਾਲ ਜੋੜਿਆ, ਤੇ ਉਸ ਤੋਂ ਬਾਅਦ ਜਦੋਂ ਸਾਡੇ ਜਿਹੜੇ ਪੰਥਕ ਲੀਡਰ, ਸੋ ਕਾਲਡ ਲੀਡਰਸ, ਉਹਨਾਂ ਨੇ ਆਪਣੇ ਹੱਥ 'ਚ ਕਮਾਨ ਸੰਭਾਲੀ, ਆਪਣੇ ਨਿੱਜ ਨੂੰ ਜਿਹੜਾ ਸੀਗਾ ਉਹ ਉੱਪਰ ਸਬਜਿਆ, ਉਸ ਟਾਈਮ ਤੇ ਡੇਰਾਵਾਦ, ਅੱਜ ਅਸੀਂ ਡੇਰਾਵਾਦ ਦੀ ਗੱਲ ਕਰਦੇ ਹਾਂ, ਡੇਰਾਵਾਦ ਕਿਉਂ ਪਨਪਿਆ? ਕਿਉਂਕਿ ਲੋਕਾਂ ਨੂੰ, ਜਿਹੜੀ ਗੁਰਬਤ ਦੇ ਮਾਰੇ ਲੋਕਾਂ ਨੂੰ, ਉਹਨਾਂ ਨੂੰ ਆਪਣੀਆਂ ਜ਼ਰੂਰਤਾਂ ਵਾਸਤੇ, ਆਪਣੀਆਂ ਲੋੜਾਂ ਵਾਸਤੇ, ਆਪਣੀਆਂ ਜਿਹੜੀਆਂ ਸੀਗੀਆਂ ਮੁਸ਼ਕਲਾਂ ਦੇ ਹੱਲ ਵਾਸਤੇ, ਉਹਨਾਂ ਨੂੰ ਇਹਨਾਂ ਨੇ ਕਿਸੇ ਨੇ ਆਸਰਾ ਨਹੀਂ ਦਿੱਤਾ, ਜਾਂ ਰਾਜਨੀਤੀ ਹੀ ਕੀਤੀ। ਗੁਰੂਆਂ ਦੇ ਨਾਂ ਤੇ, ਗੁਰਦੁਆਰਿਆਂ ਦੇ ਨਾਂ ਤੇ, SGPC ਦੇ ਨਾਂ ਤੇ ਆਪਣੇ ਆਪ ਨੂੰ ਤਾਕਤਵਰ ਕਰਨ ਦੀ ਜਿਹੜੀ ਹਰ ਹੀਲੇ ਯਤਨ ਕੀਤਾ। ਉੱਥੇ ਕੀ ਹੋਇਆ ਕਿ ਜਿਹੜੇ ਡੇਰੇ ਸੀਗੇ, ਉੱਥੇ ਦੇਖੋ ਡੇਰਿਆਂ ਵਿੱਚ ਉਹ ਡੇਰੇ ਵਾਲੇ ਬੁਲਾਉਣ ਤਾਂ ਨਹੀਂ ਆਉਂਦੇ, ਡੇਰਿਆਂ ਵਿੱਚ ਸੰਗਤ ਖੁਦ ਜਾਂਦੀ ਹੈ, ਪਬਲਿਕ ਖੁਦ ਜਾਂਦੀ ਹੈ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ ਸਾਨੂੰ ਭਰੋਸਾ ਵੱਧ ਦਿੰਦੇ ਨੇ, ਸਾਡੇ ਮੁਸ਼ਕਲਾਂ ਦਾ ਹੱਲ ਕਰਦੇ ਨੇ, ਸਾਡੇ ਦੁੱਖ ਸੁੱਖ ਦਾ ਸਮਾਧਾਨ ਕਰਦੇ ਨੇ। ਜਿੱਥੇ ਜਦ ਕਿ ਇੱਥੇ ਕੀ ਹੈ, ਉਹ ਇਹ ਦੇਖਦੇ ਨੇ ਕਿ ਕੁਰਸੀ ਨੂੰ ਫੜ ਕੇ ਕਿਵੇਂ ਰੱਖਣਾ, ਅਸੀਂ ਵੋਟਾਂ ਕਿੱਥੋਂ ਲੈਣੀਆਂ ਨੇ,
ਅਸੀਂ ਕਿਹਨੂੰ ਹਿਲਾਉਣਾ ਹੈ, ਕਿਹਦੀ ਅਸੀਂ ਟੰਗ ਖਿੱਚਣੀ ਹੈ। ਉੱਥੇ ਨਾ ਪੰਥਕ ਇਸ਼ੂ ਨੇ, ਨਾ ਕੋਈ ਸਿੱਖ ਪੰਥ ਦੀਆਂ ਕੋਈ ਚੀਜ਼ਾਂ ਨੂੰ ਵਿਚਾਰਿਆ ਜਾਂਦਾ। ਜੋ ਅੱਜ ਗੱਲਾਂ ਹੋ ਰਹੀਆਂ ਨੇ SGPC ਦੇ ਵਿੱਚ ਪ੍ਰਧਾਨ ਬਣਦੀਆਂ, ਲਿਫਾਫਾ ਨਿਕਲਣ ਦੀਆਂ, ਆਪਣੇ ਹੀ ਬੰਦੇ ਜਿਹੜੇ ਲਿਫਾਫਿਆਂ ਚੋਂ ਨਿਕਲੇ ਉਹੀ ਅੱਜ ਬਾਹਰ ਖੜ ਕੇ ਕਹਿੰਦੇ ਨੇ ਕਿਉਂ ਨਹੀਂ ਨਕਾਰਦੇ, ਕਿਉਂਕਿ ਉਹਨਾਂ ਨੂੰ ਪਤਾ ਕਿ ਅਸੀਂ ਖੁਦ ਲਿਫਾਫੇ ਚੋਂ ਨਿਕਲੇ ਆ। ਸਾਨੂੰ ਮਜਬੂਰ ਕੀਤਾ ਕਿ ਤੁਸੀਂ ਕੁਰਸੀ ਸੰਭਾਲਣੀ ਹੈ, ਕਿਸੇ ਨੂੰ ਸਾਈਡ ਲਾਈਨ ਕਰਨਾ ਹੈ, ਕਿਸੇ ਨੂੰ ਤੁਸੀਂ ਲੈਟ ਡਾਊਨ ਕਰਨਾ ਹੈ। ਇਹ ਜਿਹੜੇ ਵੀ ਆਪਣੇ ਵੀਰ ਕਹਿੰਦੇ ਨੇ ਕਿ ਆਪਾਂ ਨੈਗੇਟਿਵ ਗੱਲ ਨਾ ਕਰੀਏ, ਬਿਲਕੁਲ ਠੀਕ ਹੈ। ਪੋਜ਼ਿਟਿਵਿਟੀ ਜਿਹੜੀ ਹੈਗੀ ਆ ਉਹੀ ਅਗਾਂਹ ਵਧੂ ਹੁੰਦੀ ਹੈ। ਲੇਕਿਨ ਹੱਥ ਕਿਸਦੇ ਹੈ? ਜਿਨ੍ਹਾਂ ਦੇ ਹੱਥ ਹੈ ਉਹ ਤੁਹਾਡੇ ਵੀ ਵੱਸ 'ਚ ਨਹੀਂ, ਤੁਸੀਂ ਵੀ ਉਹਨਾਂ ਨੂੰ ਕੰਟਰੋਲ ਨਹੀਂ ਕਰ ਸਕਦੇ। ਤੁਹਾਡੀ ਅੱਛੀ ਸੋਚ ਹੋ ਸਕਦੀ ਹੈ, ਅੱਛੀ ਸਮਝ ਹੋ ਸਕਦੀ ਹੈ, ਅੱਛਾ ਚਾਹੁਣ ਦੀ ਤੁਹਾਡੀ ਨੀਅਤ ਨੀਤੀ ਹੋ ਸਕਦੀ ਹੈ, ਲੇਕਿਨ ਇਸ ਦੇ ਬਾਵਜੂਦ ਸਿਰ ਤੋਂ ਦੀ ਪਾਣੀ ਝੁੱਲ ਚੁੱਕਿਆ। ਮੇਰੀ ਬੇਨਤੀ ਹੈ, ਬਜਾਏ ਸਾਨੂੰ ਸਮਝਾਉਣ ਦੇ ਜਾਂ ਇਹ ਕਹਿੰਦੇ ਕਿ ਅਸੀਂ ਪੋਜ਼ਿਟਿਵ ਹੋਈਏ, ਜਿਨ੍ਹਾਂ ਦੇ ਹੱਥ ਤਾਕਤ ਹੈ ਉਹਨਾਂ ਨੂੰ ਕਹੋ ਕਿ ਸਿੱਧੇ ਹੋਵੋ। ਤੁਸੀਂ ਜਿਸ ਮਾਣਮੱਤੀ ਜਿਹੜੀ ਹੈਗੀ ਆ ਕੌਮ ਔਰ ਜਿਸ ਹਸਤੀ ਦੇ ਵਿੱਚ ਤੁਸੀਂ ਬੈਠੇ ਹੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਉੱਚ ਤਾਕਤ ਹੈਗੀ ਆ। ਅਕਾਲ ਤਖਤ ਸਾਹਿਬ ਸਰਵਉੱਚ ਤਾਕਤ ਨੇ। ਜੀ ਮਿਹਰਬਾਨੀ ਡਾਕਟਰ ਸਾਹਿਬ, ਤੁਹਾਡਾ ਵਿਊ ਆ ਗਿਆ। ਬੰਦ ਕਰੋ ਉਹਨਾਂ ਨੂੰ, ਆਪਣਾ ਨਿਰਪੱਖ ਜੋ ਗੁਰੂ ਸਾਹਿਬ ਦਾ ਆਦੇਸ਼ ਹੈ, ਲੋਕਾਂ ਨੂੰ ਸੰਗਤ ਨੂੰ ਗੁਰਬਾਣੀ ਨਾਲ ਜੋੜਨ ਦਾ, ਗੁਰਦੁਆਰਿਆਂ ਨਾਲ ਜੋੜਨ ਦਾ, ਪ੍ਰਚਾਰ ਕਰਨ ਦਾ, ਉਹਨਾਂ ਨੂੰ ਆਸਥਾ ਦੇਣ ਦਾ, ਉਹਨਾਂ ਦੀਆਂ ਸੇਵਾਵਾਂ, ਤਾਂ ਕਿ ਉਹ ਆਪਣਾ ਜੀਵਨ ਅੱਗੇ ਵਿਚਾਰ ਤੁਹਾਡੇ ਜੀ ਗੁਰਬਾਣੀ 'ਚ ਵਿਸ਼ਵਾਸ ਹੀ ਲੋਕਾਂ ਨੂੰ ਰਿਹਾ। ਜੀ ਲੋਕੀ ਕਹਿੰਦੇ ਕਿ ਇੱਥੇ ਆ ਕੇ ਕੀ ਕਰਾਂਗੇ, ਗੁਰਦੁਆਰੇ ਮੱਥਾ ਟੇਕਦੇ ਆ ਤੇ ਇਹ ਜਾ ਕੇ ਗੋਲਕਾਂ ਚੱਕ ਕੇ ਆਪਣੇ ਤੁਹਾਡਾ ਵਿਊ ਪੁਆਇੰਟ ਆ ਗਿਆ। ਤੁਸੀਂ ਕਿਹੜੀ ਗੱਲ ਕਰਦੇ ਹੋ ਜੀ? ਮਿਹਰਬਾਨੀ ਜੀ ਡਾਕਟਰ ਸਾਹਿਬ, ਤੁਸੀਂ ਕਾਫੀ ਦੇਰ ਦੇ ਇੰਤਜ਼ਾਰ ਕਰ ਰਹੇ ਹੋ, ਪਰ ਇੱਕ ਗੱਲ ਜਿਹੜੀ ਤੁਹਾਡੇ ਬਾਰੇ ਵੀ ਆ ਰਹੀ ਹੈ ਕਿ ਤੁਸੀਂ ਆਪ ਵੀ ਤਾਂ ਲੰਬਾ ਸਮਾਂ ਅਕਾਲੀ ਦਲ 'ਚ ਰਹੇ ਹੋ, ਨਿਰੰਕਾਰੀ ਕਾਂਗਰਸ ਦੇ ਬਹੁਤ ਸਾਰੇ ਮਾਮਲੇ ਤੁਹਾਡੇ ਸਮੇਂ 'ਚ ਵੀ ਹੁੰਦੇ ਰਹੇ ਹੈ, ਤੇ ਹੁਣ ਕਿਉਂ ਜਿਹੜਾ ਹੈਗਾ ਆਖਰ ਹੁਣ ਕਿਉਂ ਇਹ ਸਵਾਲ ਉਠਾਉਣੇ ਸ਼ੁਰੂ ਹੋਏ ਹੈ ਕਿ ਨਿਗਾਰ ਹੁਣ ਹੀ ਨਜ਼ਰ ਆਉਣ ਲੱਗਿਆ? ਇਹ ਨਹੀਂ ਜੀ ਸਿੱਧੂ ਸਾਹਿਬ, ਗੱਲ ਇਹ ਹੈ ਕਿ ਅਕਾਲੀ ਦਲ ਦੇ ਵਿੱਚ ਕਦੀ ਵੀ ਡੈਮੋਕ੍ਰੇਸੀ ਆਈ ਨਹੀਂ, ਉੱਥੇ ਡਿਕਟੇਟਰਸ਼ਿਪ ਸੀਗੀ। ਤੇ ਡਿਕਟੇਟਰਸ਼ਿਪ ਦੇ ਵਿੱਚ ਜਿਹੜਾ ਮੇਰੇ ਵਰਗਾ ਕੋਈ ਬੋਲਦਾ ਸੀਗਾ ਉਹਦਾ ਮੂੰਹ ਉਸੇ ਵੇਲੇ ਬੰਦ ਕਰ ਦਿੱਤਾ ਜਾਂਦਾ ਸੀ। ਔਰ ਤੁਹਾਨੂੰ ਪਤਾ ਹੈ ਕਿ ਮਤਲਬ ਸੌਦਾ ਸਾਧ ਜਿਹੜਾ ਹੈ ਉਹਨੂੰ ਹਰਿਆਣੇ ਨੇ ਹੁਣ ਵਰਤਣਾ ਸ਼ੁਰੂ ਕੀਤਾ ਹੈ, ਤੇ ਪੰਜਾਬ 'ਚ ਜਦੋਂ ਕਹਿੰਦੇ ਸਾਡਾ ਵੱਡਾ ਭਰਾ ਉਹਨੇ ਪਹਿਲਾਂ ਵਰਤਿਆ। ਪਹਿਲੀ ਗੱਲ ਤਾਂ ਇਹ ਹੈ ਕਿ ਸੌਦਾ ਸਾਧ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦਾ, ਗੁਰੂ ਨਾਨਕ ਨੂੰ ਗੁਰੂ ਨਹੀਂ ਮੰਨਦਾ, ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਨਹੀਂ ਮੰਨਦਾ, ਤੇ ਫਿਰ ਉਹ ਜਦੋਂ ਸਿੱਖ ਹੀ ਨਹੀਂ ਹੈ ਤੇ ਉਹਨੂੰ ਅਕਾਲ ਤਖਤ ਵੱਲੋਂ ਕਿਉਂ ਕੱਢਿਆ ਗਿਆ, ਕਿਉਂ ਛੇਕਿਆ ਗਿਆ? ਦੂਜੀ ਗੱਲ, ਜਿਹੜੀ ਉਹਨੇ ਕਦੀ ਚਿੱਠੀ ਨਹੀਂ ਲਿਖੀ, ਕਦੀ ਨਹੀਂ ਕੋਈ ਗੱਲ ਕੀਤੀ, ਕੋਈ ਮਾਫੀ ਨਹੀਂ ਮੰਗੀ, ਅਕਾਲ ਤਖਤ ਸਾਹਿਬ 'ਤੇ ਨਹੀਂ ਆਇਆ, ਉਹਨੂੰ ਕੋਈ ਸਜ਼ਾ ਨਹੀਂ ਲੱਗੀ, ਤੇ ਫਿਰ ਭਾਈ ਸਾਹਿਬ ਜੀ ਇਹਨਾਂ ਨੇ ਉਹਨੂੰ ਮਾਫ ਕਿਉਂ ਕਰ ਦਿੱਤਾ? ਤੇ 90 ਲੱਖ ਰੁਪਏ ਦੇ ਇਸ਼ਤਿਹਾਰ ਜਿਹੜੇ ਨੇ ਉਹ ਭਾਈ ਸਾਹਿਬ ਜੀ ਮੀਡੀਆ ਨੂੰ, ਆਪਣਾ ਇਲੈਕਟ੍ਰਿਕ ਮੀਡੀਆ ਨੂੰ ਤੇ ਦੂਜੇ ਮੀਡੀਆ ਨੂੰ ਕਿਉਂ ਦਿੱਤੇ? ਜੇ ਹੁਣ ਹਰਿਆਣਾ ਇਸ ਦੇ ਉੱਤੇ ਰਾਜਨੀਤੀ ਕਰ ਰਿਹਾ, ਦੇਖੋ ਕਿਹੜੀ ਰਾਜਨੀਤੀ ਆ, ਇਹਦੇ ਉੱਤੇ ਕਤਲ ਵੀ ਆ ਤੇ ਰੇਪ ਵੀ ਆ। ਇੱਕ ਪਾਸੇ ਆਪਣਾ ਬਾਪੂ ਆਸਾਰਾਮ ਜੀ ਆ, ਉਹਦੇ ਉੱਤੇ ਸਿਰਫ ਰੇਪ ਦਾ ਕੇਸ ਹੈ, ਉਹਨੂੰ ਅੱਜ ਤੱਕ ਕਦੀ ਪੜੋਲ ਨਹੀਂ ਮਿਲੀ। ਇਹਨੂੰ ਹਰ 3 ਮਹੀਨਿਆਂ 4 ਮਹੀਨਿਆਂ ਬਾਅਦ ਪੜੋਲ ਮਿਲ ਜਾਂਦੀ ਆ। ਇਹ ਇਹਨਾਂ ਦੀ ਮਿਲੀ ਭੁਗਤੀ ਆ। ਕਿਉਂ ਜਿਹੜਾ ਅਕਾਲ ਤਖਤ ਦਾ ਜਥੇਦਾਰ ਸਾਹਿਬ ਹੈ ਉਹ ਪੰਜਾਬ ਦੇ ਡੇਰਿਆਂ ਨੂੰ ਕਿਉਂ ਨਹੀਂ ਬੰਦ ਕਰਾਉਂਦਾ? ਜਿਹੜੇ ਜਾਤ ਪਾਤ ਦੇ ਨਾਂ ਤੇ ਗੁਰਦੁਆਰੇ ਉਹਨਾਂ ਨੂੰ ਕਿਉਂ ਨਹੀਂ ਬੰਦ ਕਰਾਉਂਦਾ? ਜੇ ਅਸੀਂ ਉਦੋਂ ਨਹੀਂ ਕਿਹਾ ਤੇ ਅਸੀਂ ਸਿੱਧੂ ਸਾਹਿਬ ਹੁਣ ਕਹਿ ਰਹੇ ਹਾਂ, ਹੁਣ ਹੀ ਮੰਨ ਜਾਓ। ਪਤਾ ਨਹੀਂ ਅਸੀਂ ਸਾਲ 6 ਮਹੀਨੇ ਰਹਿਣਾ ਕਿ ਨਹੀਂ ਰਹਿਣਾ। ਇਹ ਮੈਂ ਅਕਾਲੀ ਦਲ ਤੇ SGPC ਨੂੰ ਪੁੱਛਣਾ ਚਾਹੁੰਦਾ, ਖਾਸ ਕਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ, ਕਿ ਉਹ ਇਸ ਗੱਲ ਦੇ ਉੱਤੇ ਕਦੀ ਪਹਿਰਾ ਦੇਣਗੇ, ਕਦੀ ਕਹਿਣਗੇ ਕਿ ਜਾ ਕੇ ਸਿਰਫ ਸਰੋਪੇ ਲੈਣਗੇ ਤੇ ਉੱਥੇ ਤਕਰੀਰਾਂ ਕਰਨਗੇ, ਇਕੱਠੇ ਹੋ ਜਾਓ, ਇਕੱਠੇ ਹੋ ਜਾਓ। ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ, ਤੁਹਾਡੀ ਗੱਲ ਆ ਗਈ। ਗੋਸ਼ਾ ਜੀ, ਮੁੱਦੇ ਤੇ ਜਿਸ ਤੇ ਆਪਾਂ ਗੱਲ ਕਰ ਰਹੇ ਹਾਂ, ਮੁੱਦਾ ਬਹੁਤ ਵੱਡਾ ਹੈ। ਇਸ ਮੁੱਦੇ 'ਚ ਜਿਸ ਤਰੀਕੇ ਨਾਲ ਦੂਜੇ ਪਾਸੇ ਜਦੋਂ ਆਪਾਂ ਗੱਲ ਕਰਦੇ ਪੀਰ ਮੁਹੰਮਦ ਜੀ ਦੇ, ਉਹਨਾਂ ਦਾ ਕਹਿਣਾ ਹੈ ਕਿ ਵੀ ਆਪਾਂ ਨੈਗੇਟਿਵਿਟੀ, ਆਪਾਂ ਨਾ ਪੱਖੀ ਗੱਲਾਂ ਲੈ ਕੇ ਗੱਲ ਕਰਦੇ ਹਾਂ। ਜੇ ਨਿਗਾਰ ਵੀ ਆਇਆ, ਕੋਈ ਰਾਤੋਂ ਰਾਤ ਨਿਗਾਰ ਨਹੀਂ ਆਇਆ। ਤੁਸੀਂ ਵੀ ਕਿਸੇ ਸਮੇਂ 'ਚ ਉਹ ਕਹਿੰਦੇ ਅਕਾਲੀ ਦਲ ਦੀ ਨੁਮਾਇੰਦਗੀ ਕਰਦੇ ਰਹੇ ਹੋ, ਰਿਆੜ ਸਾਹਿਬ ਵੀ ਕਰਦੇ ਰਹੇ ਹੈ, ਤੇ ਹੁਣ ਹੀ ਇਹ ਗੱਲਾਂ ਕਿਉਂ ਨਜ਼ਰ ਆਉਂਦੀਆਂ?
ਨਹੀਂ ਸਿੱਧੂ ਸਾਹਿਬ ਸ਼ਾਇਦ ਇਹਨਾਂ ਨੂੰ ਪਤਾ ਨਹੀਂਗਾ। ਮੇਰੀਆਂ ਹਮੇਸ਼ਾ ਇਹੀ ਚੀਜ਼ਾਂ ਰਹੀਆਂ ਕਿ ਅਸੀਂ ਆਪਣੇ ਸਮਾਜ ਦੇ ਭਲੇ ਲਈ ਗੱਲ ਕਰੀਏ। ਠੀਕ ਹੈ, ਸਾਡੇ ਤਾਂ ਗੁਰੂ ਸਾਹਿਬ ਕਹਿੰਦੇ ਹਬ ਗੁਣ ਭਰੇ ਇੱਕ ਗੁਣ ਨਹੀਂ। ਸਾਡੀ ਤਾਂ ਵਿਸਾਤ ਹੀ ਕੋਈ ਨਹੀਂ ਹੈਗੀ, ਅਸੀਂ ਔਗੁਣਾਂ ਦੇ ਭਰੇ ਹੋਏ ਆ, ਪਰ ਅਸੀਂ ਬੜੀ ਵੱਡੀਆਂ ਗੱਲਾਂ ਕਰਦੇ ਨੇ। ਇੱਕ ਸ਼ਬਦ ਬੜਾ ਵਧੀਆ ਹੈਗਾ, ਵੱਡੇ ਹਾਥੀ ਘੋੜਿਆਂ ਦੇ ਵੱਡੇ ਮਹਿਲ ਦੇਖ ਕੇ ਵੱਡੀਆਂ ਚੀਜ਼ਾਂ ਝੂਠੇ ਲਾਲਚ ਨਾਲ ਜਨਮ ਗਵਾ ਲੈਂਦੇ ਆ। ਪੰਜਵੇਂ ਪਾਤਸ਼ਾਹ ਨੇ ਖੁਦ ਕਿਹਾ, ਝੂਠੇ ਲਾਲਚ ਜਨਮ ਗਵਾਇਆ, ਹਸਤੀ ਘੋੜੇ ਦੇਖ ਵਿਗਾਸਾ। ਕਿ ਵੱਡੇ ਘੋੜੇ ਦੇ ਕੇ ਵੱਡੀ ਚੀਜ਼ਾਂ ਦੇ ਕੇ ਲਾਲਚ 'ਚ ਫਸਿਆ ਆ, ਪਰ ਇਹ ਅਸਲੀ ਜੀਵਨ ਨਹੀਂ ਆ। ਹੁਣ ਦੂਜੀ ਗੱਲ ਰਹਿ ਗਈ, ਦੇਖੋ ਮੈਂ ਫਿਰ ਸ਼੍ਰੋਮਣੀ ਕਮੇਟੀ ਦੇ ਹੁਣ ਸੂਈ ਕਿਉਂ ਆਉਂਦੀ ਹੈ ਬਾਰ-ਬਾਰ, ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਕਿਉਂ ਬਣਦੀ ਹੈ? ਕਿਉਂਕਿ ਉਹਨਾਂ ਨੂੰ ਪੰਥ ਦੀ ਵਾਗਡੋਰ ਫੜਾਈ ਹੋਈ ਹੈ, ਪੰਜਾਬੀਆਂ ਨੇ ਫੜਾਈ ਹੋਈ ਹੈ। ਇਹ ਕਹਿੰਦੇ ਸਿੱਖਾਂ ਨੇ ਕਰਨਾ, ਸਿੱਖਾਂ ਨੂੰ ਚੁਣੇ ਹੋਏ ਨੁਮਾਇੰਦੇ ਅੰਦਰ ਚਲੇ ਗਏ ਆ। ਹੁਣ ਚੁਣੇ ਹੋਏ ਨੁਮਾਇੰਦੇ ਕੁਝ ਕਰਨਗੇ ਨਹੀਂ ਤੇ ਦੂਜਾ ਕੀ ਕਰਨਗੇ ਨਾ। ਬਾਰ-ਬਾਰ ਆਪਾਂ ਗੱਲ ਕਰ ਦਿੰਦੇ ਆ ਵੀ ਸਾਨੂੰ ਕ੍ਰਿਸਚਨ ਧਰਮ ਤੋਂ ਬੜਾ ਖਤਰਾ, ਸਾਨੂੰ ਫਲਾਣੇ ਧਰਮ ਤੋਂ ਬੜਾ ਖਤਰਾ। ਉਹ ਕਮਜ਼ੋਰੀਆਂ ਕਿਹਦੀਆਂ? ਸਾਡੇ ਸਿੱਖ ਪੰਥ ਦੇ ਲੋਕ ਬਾਰ-ਬਾਰ ਉਧਰਲੇ ਪਾਸੇ ਕਿਉਂ ਜਾ ਰਹੇ ਆ? ਕਦੀ ਆਪਣੇ ਵੱਲ ਵੀ ਝਾਤੀ ਮਾਰੀ ਹੈ ਨਾ ਵੀ ਸਾਡੀ ਕਮਜ਼ੋਰੀ ਹੈ। ਕੀ ਉਹ ਇਹ ਕਹਿੰਦੇ ਲਾਲਚ ਦਿੰਦੇ ਆ? ਕਿਹੜਾ ਲਾਲਚ ਦਿੰਦੇ ਆ? ਕੀ ਆਪਾਂ ਇਹੋ ਜਿਹਾ ਲਾਲਚ ਦੇ ਦਿੰਦੇ ਆ ਵੀ ਜਿਹੜਾ ਅਸੀਂ ਕੰਮ ਪੂਰੀਆਂ ਨਹੀਂ ਕਰ ਸਕਦੇ? ਅਸੀਂ ਲਾਲਚ ਦੇ ਦਈਏ। ਜੇ ਸਹੀ ਗੁਰੂ ਨਾਲ ਆਪਾਂ ਜੋੜਿਆ ਹੋਵੇ, ਗੁਰੂ ਦੀ ਬਾਣੀ ਦੀ ਗੱਲ ਕੀਤੀ ਹੋਵੇ, ਤੇ ਫਿਰ ਮੈਨੂੰ ਲੱਗਦਾ ਕਿ ਸਾਨੂੰ ਕਹਿਣ ਦੀ ਲੋੜ ਨਹੀਂ ਪਊਗੀ ਤੇ ਆਪਣੇ ਆਪ ਲੋਕ ਸਾਡੇ ਨਾਲ ਜੁੜਨਗੇ। ਕੀ ਸ਼੍ਰੋਮਣੀ ਕਮੇਟੀ ਦੇ ਫਰਜ਼ ਨਹੀਂ ਬਣਦਾ ਪਿੰਡਾਂ ਦੇ ਵਿੱਚ? ਗੱਲ ਸੁਣੋ ਜੀ, ਇੱਕ ਸਵਾਲ ਤੁਹਾਡੇ ਤੋਂ ਵੀ ਮੈਂ ਲੈਣਾ ਚਾਹੁੰਦਾ ਜਾ ਕੇ ਨਹੀਂ ਮੈਂ ਸਵਾਲ ਦਿਓ ਕਿ ਪਿੰਡਾਂ ਦੇ ਵਿੱਚ ਜਾ ਕੇ ਆਪਾਂ ਸਿੱਖੀ ਨਾਲ ਨਹੀਂ ਜੋੜ ਸਕਦੇ? ਸਾਡੀ ਤਾਂ ਸਿੱਖੀ ਆਈ ਅੱਗੇ ਤਾਂ ਉਦੋਂ ਉਸ ਟਾਈਮ 'ਚ ਆਪਾਂ ਸਿੱਖੀ ਕਰਦੇ ਰਹੇ ਜਦੋਂ ਘੋੜਿਆਂ ਤੇ ਰਹਿੰਦੇ ਸੀ। ਹੁਣ ਤਾਂ ਸਾਡੇ ਕੋਲ ਪ੍ਰਚਾਰਕ ਹੀ ਬੜੇ ਆ, ਹਜ਼ਾਰਾਂ ਪ੍ਰਚਾਰਕ ਹੈ ਜੀ। ਅੱਜ 7,000 ਦੇ ਤਾਂ ਸਾਡੇ ਅੰਦਰ ਭਾਈ ਸਾਹਿਬ ਸਾਡੇ ਕਈ ਸਾਡੇ ਸੇਵਾਦਾਰ ਕੰਮ ਕਰ ਰਹੇ ਆ। ਨਾਲ ਜਿਹੜਾ ਹੈਗਾ ਗੋਸਾ ਜੀ, ਸਮੇਂ ਦੀ ਮਜਬੂਰੀ ਆ ਗੋਸਾ ਜੀ। ਇੱਕ ਜਿਹੜਾ ਬੜਾ ਅਹਿਮ ਸਵਾਲ ਹੈ ਕਿ ਅਕਸਰ ਜਿਹੜਾ ਹੈਗਾ ਕਈ ਪੰਥਕ ਧਿਰਾਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਭਾਜਪਾ ਜਿਹੜੀ ਹੈਗੀ ਆ ਉਹਨੂੰ ਥਾਪੜਾ ਦੇ ਰਹੀ ਹੈ ਡੇਰਾ ਸਿਰਸਾ ਨੂੰ, ਜਿਹਦੇ ਕਰਕੇ ਉਹ ਬਾਰ-ਬਾਰ ਜਿਹੜਾ ਹੈਗਾ ਜੇਲ੍ਹ ਤੋਂ ਬਾਹਰ ਆਉਂਦਾ, ਵਾਪਸ ਜਾਂਦਾ, ਉਹਦੇ ਲਈ ਖੁੱਲੀ ਖੇਡ ਹੈ। ਸਵਾਲ ਭਾਜਪਾ ਦੇ ਉੱਤੇ ਵੀ ਉੱਠਦਾ ਗੋਸਾ ਜੀ। ਸਿੱਧੂ ਸਾਹਿਬ ਕਿੰਨੇ ਉਹਨਾਂ ਨੂੰ ਪੰਥ ਤੋਂ ਛੇਕਿਆ ਸੀ? ਕਿਹੜੀ ਜਮਾਤ ਨੇ ਉਹਨਾਂ ਨੂੰ ਮਾਫ ਕੀਤਾ ਸੀ ਤੇ ਕਿਹਨਾਂ ਨੇ ਅੰਦਰ ਭੇਜਿਆ? ਇਹ ਸਾਰਿਆਂ ਨੂੰ ਜੱਗ ਜ਼ਾਹਿਰ ਹੈ, ਸਾਨੂੰ ਦੱਸਣ ਦੀ ਲੋੜ ਨਹੀਂ। ਭਾਜਪਾ ਦਾ ਇੱਕੋ ਇੱਕ ਸਟੈਂਡ ਹੈ ਕਿ ਮਤਲਬ ਭਾਜਪਾ ਦਾ ਇੱਕੋ ਇੱਕ ਸਟੈਂਡ ਹੈ ਕਿ ਭਾਜਪਾ ਕਿਸੇ ਦੇ ਧਰਮ 'ਚ ਇੰਟਰਫੇਅਰ ਨਹੀਂ ਕਰਦੀ। ਅਸੀਂ ਕਿਸੇ ਨੂੰ ਪ੍ਰੋਵੋਕ ਨਹੀਂ ਕਰਦੇ ਕਿ ਜਿਹੜਾ ਪੜੋਲ ਤੇ ਆਉਂਦਾ ਹੈ ਉਹਦੇ ਉੱਤੇ ਕਿਹੜੀਆਂ ਸ਼ਰਤਾਂ ਲਾਗੂ ਹੁੰਦੀਆਂ, ਕੀ ਉਹ ਕਵਿਤਾ ਗਾ ਸਕਦਾ, ਕੀ ਉਹ ਆਪਣਾ ਪ੍ਰਚਾਰ ਕਰ ਸਕਦਾ, ਕੀ ਉਹ ਲੜਕੀਆਂ ਨੂੰ ਮੁੰਡੇ ਦੇ ਸਕਦਾ, ਕੀ ਉਹ ਭਾਈ ਸਾਹਿਬ ਇਹ ਆਪਣਾ ਜਿਹੜੇ ਉਹਨੂੰ ਅੱਖਾਂ ਮੀਟ ਕੇ ਮੰਨਦੇ ਤੇ ਉਹਨੂੰ ਉਹਦਾ ਕੀ ਉਹ ਦੱਸਾਂ ਨਾ ਜੀ। ਉਹਦੇ ਵਾਸਤੇ ਉਹਨੂੰ ਪੂਰੀ ਖੁੱਲ੍ਹ ਹੈ। ਔਰ ਜਿਹੜੇ ਦੂਜੇ ਕੈਦੀ ਆਉਂਦੇ ਨੇ ਜਿਨ੍ਹਾਂ ਨੂੰ ਪੜੋਲ ਮਿਲਦੀ ਆ, ਉਹਨਾਂ ਦੇ ਕਿਹੜੀਆਂ ਕੰਡੀਸ਼ਨਾਂ ਲੱਗਦੀਆਂ ਨੇ? ਮੈਂ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ ਨੂੰ ਇਹ ਪੁੱਛਣਾ ਚਾਹੁੰਦਾ ਕਿ ਇਹਦੇ ਉੱਤੇ ਉਹ ਕੰਡੀਸ਼ਨਾਂ ਕਿਉਂ ਨਹੀਂ ਲੱਗੀਆਂ? ਤੁਸੀਂ ਆਪਣੀ ਪਾਰਟੀ ਦੇ ਵਿੱਚ ਇਹਦਾ ਮੰਥਨ ਕਿਉਂ ਨਹੀਂ ਕਰਦੇ? ਉਹ ਸਾਰਾ ਕੁਝ ਜਿਹੜਾ ਹੈਗਾ ਇੱਕ ਪਾਸੇ ਕਰਕੇ ਸਰਕਾਰ ਨੂੰ ਅੱਖੋਂ ਪਰੋਖੇ ਕਰਕੇ ਉਹ ਸਾਰਾ ਕੁਝ ਕਰ ਰਿਹਾ, ਮੁੰਡੇ ਦੇ ਰਿਹਾ। ਓਕੇ ਤੁਹਾਡਾ ਵਿਊ ਪੁਆਇੰਟ ਆ ਗਿਆ ਗੋਸਾ ਜੀ। ਇਸ ਮੁੱਦੇ ਤੇ ਜਵਾਬ ਜ਼ਰੂਰ ਬਣਦਾ। ਤੁਸੀਂ ਬਹੁਤ ਸਤਿਕਾਰਯੋਗ ਹੋ, ਵੱਡੇ ਹੋ, ਹੁਣ ਮੇਰੀ ਗੱਲ ਪੂਰੀ ਸੁਣ ਲੈਣਾ। ਕਈ ਸਿੱਖ ਵੀ ਪਰੋਲ ਤੇ ਆਏ ਸੀਗੇ। ਕਿਸੇ ਨੂੰ ਅੱਜ ਮੈਂ ਕੱਲ ਵੀ ਡਿਬੇਟਾਂ ਦੇਖਦਾ ਪਿਆ ਸੀ, ਹੁਣ ਮੈਂ ਨਾਮ ਲੈਣਾ ਇੱਥੇ ਉਚਿਤ ਨਹੀਂ ਸਮਝਦਾ। ਬੜੇ ਸਿੱਖ ਆਏ ਆ ਜਿਹੜੇ ਆ ਕੇ ਪਰੋਲ ਤੇ ਆ ਕੇ ਆਪਣੀਆਂ ਗੱਲਾਂ, ਆਪਣੇ ਵਿਚਾਰ ਆਪਣੇ ਪ੍ਰਗਟ ਕਰਦੇ ਆ। ਅੱਜ ਵੀ ਕਈ ਸਿੱਖ, ਚਾਹੇ ਗਰਮ ਕੋਈ ਕਹਿੰਦੇ ਕੋਈ ਗਰਮ ਹੈ ਕੋਈ ਠੰਡਾ, ਉਹ ਵੀ ਆਪਣੇ ਵਿਚਾਰ ਪ੍ਰਗਟ ਕਰਦਾ। ਕਿਸੇ ਨੂੰ ਇੱਥੇ ਰੋਕ ਨਹੀਂ ਹੈਗੀ ਵਿਚਾਰ, ਪਰ ਕਿਸੇ ਦੇ ਧਰਮ ਦੇ ਖਿਲਾਫ ਬੋਲਣਾ ਨਹੀਂ ਚਾਹੀਦਾ। ਮੈਂ ਬਾਰ-ਬਾਰ ਕਹਿੰਦਾ ਕਿਸੇ ਦੇ ਧਰਮ ਖਿਲਾਫ ਨਹੀਂ ਬੋਲਣਾ ਚਾਹੀਦਾ। ਮੈਂ ਤਾਂ ਇਸ ਗੱਲ ਤੇ ਤੁਹਾਡੇ ਨਾਲ ਹਮ ਹੀ ਭਰਦਾ। ਤੁਹਾਡੀ ਗੱਲ ਆ ਗਈ, ਆਪਾਂ ਨੂੰ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਕੁਛ ਤੁਹਾਡਾ ਵਿਊ ਪੁਆਇੰਟ ਆ ਗਿਆ। ਪੀਰ ਮੁਹੰਮਦ ਜੀ, ਇੱਕ ਸਵਾਲ ਜਿਹੜਾ ਪਹਿਲਾਂ ਸੰਖੇਪ ਦੇ ਵਿੱਚ ਮੈਂ ਜਵਾਬ ਚਾਹੂੰਗਾ। ਅਕਾਲੀ ਦਲ ਵੀ ਇਹ ਗੱਲ ਕਹਿੰਦਾ ਹੈ ਕਿ ਡੇਰਾ ਮੁਖੀ ਨੂੰ ਕਿਉਂ ਪਰੋਲ ਤੇ ਬਾਰ-ਬਾਰ ਰਿਹਾ ਕੀਤਾ ਜਾਂਦਾ ਹੈ, ਜਦੋਂ ਕਿ ਗੋਸਾ ਜੀ ਦਾ ਕਹਿਣਾ ਕਿ ਬਾਕੀ ਲੋਕ ਵੀ ਪਰੋਲ ਤੇ ਆਉਂਦੇ ਆ, ਕੋਈ ਐਸੀ ਗੱਲ ਨਹੀਂ। ਦੇਖੋ ਇੱਕ ਗੱਲ ਕਲੀਅਰ ਹੈ ਕਿ ਡੇਰਾਵਾਦ ਮਤਲਬ ਅਕਾਲੀ ਦਲ ਜਾਂ ਐਸਜੀਪੀਸੀ ਜਿਹੜੀ ਆ ਹਾਈ ਕੋਰਟ ਦੇ ਵਿੱਚ ਤੇ ਗਈ ਨਹੀਂ, ਉਹਦੀ ਜਿਹੜੀ ਹੈਗੀ ਆ ਪਰੋਲ ਨੂੰ ਖਤਮ ਕਰਾਉਣ ਵਾਸਤੇ। ਆਪਾਂ ਜਵਾਬ ਲੈ ਇਹਨਾਂ ਨੇ ਕੀ ਕਰਨਾ? ਜਵਾਬ ਲੈ ਲਿਆ ਪੀਰ ਮੁਹੰਮਦ ਜੀ ਤੋਂ। ਪੀਰ ਮੁਹੰਮਦ ਜੀ ਇਹ ਤਾਂ ਲੜੇ ਹੋਏ ਨੇ ਜੀ। ਪੀਰ ਮੁਹੰਮਦ ਦੇਖੋ ਜਿਹੜਾ ਡੇਰਾ ਸਿਰਸਾ ਦਾ ਮਸਲਾ ਹੈ ਨਾ, ਉਸ ਦੇ ਉੱਪਰ ਇੱਕ ਰਿਆੜ ਸਾਹਿਬ ਨੇ ਗੱਲ ਕੀਤੀ ਸੀ, ਦੇਸ਼ ਦੇ ਅੰਦਰ ਕਾਨੂੰਨ ਏਕੇ। ਤੁਸੀਂ ਦੇਖੋ ਆਸਾਰਾਮ ਦੀ ਇਹਨਾਂ ਨੇ ਐਗਜ਼ਾਮਪਲ ਦਿੱਤੀ। ਮੈਂ ਬਿਲਕੁਲ ਇਸ ਗੱਲ ਨੂੰ ਇਹਨਾਂ ਨੂੰ ਗੋਸਾ ਜੀ ਨੂੰ ਵੀ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਦੇਖੋ ਕਿ ਆਸਾਰਾਮ ਦੇ ਉੱਪਰ ਰੇਪ ਦਾ ਕੇਸ ਹੈ, ਇਹਦੇ ਉੱਪਰ ਮਰਡਰ ਦੇ 2-3 ਕੇਸ ਅਜੇ ਵੀ ਕੇਸ ਚੱਲ ਰਹੇ ਨੇ। ਫਿਰ ਇਹਦੇ ਨਪੁੰਸਕ ਬਣਾਉਣ ਦੇ ਕੇਸ, ਫਿਰ ਇਹਦੇ ਉੱਤੇ ਕਿੰਨੀਆਂ ਹੋਰ ਸੰਗੀਨ ਧਾਰਾਵਾਂ ਉੱਤੇ ਲੱਗੀਆਂ ਹੋਈਆਂ। ਉਸ ਦੇ ਬਾਵਜੂਦ ਉਹ ਬਾਹਰ ਆ ਕੇ ਮੈਂ ਸਿੱਧੂ ਸਾਹਿਬ ਇੱਕ ਜਵਾਬ ਦੇ ਦਿੰਦਾ। ਥੈਂਕ ਯੂ ਵੈਰੀ ਮਚ ਡਾਕਟਰ ਸੋਤਾ। ਇਹਨਾਂ ਕੋਲ ਵਕੀਲਾਂ ਦੇ ਪੈਨ ਹੈਗੇ, ਫਿਰ ਵਕੀਲ ਖੜੇ ਕਿਉਂ ਨਹੀਂ ਕਰਦੇ? ਗੋਸਾ ਜੀ ਮੈਂ ਜਵਾਬ ਲੈਣਾ ਹੈ ਡਾਕਟਰ ਸੋਤਾ ਤੋਂ ਵੀ ਆਪਾਂ ਜਵਾਬ ਲੈ ਲਈਏ। ਡਾਕਟਰ ਸੋਤਾ 2 ਲਾਈਨਾਂ ਦਾ ਮੇਰੀ ਮਜਬੂਰੀ ਆ ਸਮੇਂ ਦੀ। ਡਾਕਟਰ ਸੋਤਾ ਜੀ ਮੈਂ ਕਹਿਣਾ ਚਾਹੁੰਦੀ ਸੀਗੀ ਕਿ ਟੈਕਨੀਕਲੀ
ਜਿਹੜਾ ਪੈਰੋਲ ਤੇ ਆਉਣਾ ਹੈਗਾ, ਇਹਦੇ ਵਾਸਤੇ ਜਿਹੜੀ ਉਹਨਾਂ ਤੇ ਸੰਗੀਨ ਜਿਹੜੇ ਜੁਰਮ ਜਿਹੜੇ ਉਹਨਾਂ ਨੂੰ ਸੈਕਸ਼ਨ ਲੱਗੇ ਨੇ, ਜਿਹੜੀਆਂ ਧਾਰਾਵਾਂ ਉਹਨਾਂ ਦੇ ਕੇਸਾਂ ਤੇ ਲੱਗੀਆਂ ਨੇ, ਉਹਦੇ ਤੇ ਪੈਰੋਲ ਤੇ ਨਹੀਂ ਆਇਆ ਜਾ ਸਕਦਾ। ਉਹਦੇ ਵਿੱਚ ਜੇਲ੍ਹ ਦੇ ਨਿਯਮਾਂ 'ਚ ਅਮੈਂਡਮੈਂਟ ਕੀਤੀ ਗਈ, ਯੂ ਗੋ ਥਰੂ ਦਾ ਰੂਲਸ, ਉਹਨਾਂ 'ਚ ਅਮੈਂਡਮੈਂਟ ਕੀਤੀ ਗਈ ਹੈ ਤਾਂ ਕਿ ਪੈਰੋਲ ਤੇ ਆਇਆ ਜਾ ਸਕੇ। ਓਕੇ, ਥੈਂਕ ਯੂ, ਜਿਹੜਾ ਥੈਂਕ ਅਸੀਂ ਯੂ, ਵਾਰ-ਵਾਰ ਥੈਂਕ ਯੂ ਡਾਕਟਰ ਸੋਤਾ, ਤੁਹਾਡੀ ਗੱਲ ਇੱਕ ਮਿੰਟ ਜੀ, ਜਿਹੜਾ ਅਸੀਂ ਵਾਰ-ਵਾਰ ਕਹਿੰਦੇ ਪੰਥ ਨੂੰ ਖਤਰਾ ਹੈ, ਪੰਥ ਨੂੰ ਨਾ ਖਤਰਾ ਸੀ ਜਾਂ ਹੈ ਨਾ ਕਦੇ ਹੋਏਗਾ। ਜਦੋਂ ਆਪਣੀ ਕੁਰਸੀ ਨੂੰ ਖਤਰਾ ਹੈ ਤੇ ਪੰਥ ਨੂੰ ਤੁਸੀਂ ਅੱਗੇ ਲੈ ਆਉਂਦੇ ਹੋ। ਜੀ ਜੀ, ਉਹ ਵੀ ਲੀਡਰ ਸੀ। ਅਸੀਂ ਪੰਜਾ ਸਾਹਿਬ ਦਾ ਸਾਕਾ ਹੁਣੇ ਮਨਾ ਕੇ ਹਟੇ ਹਾਂ। ਓਕੇ ਡਾਕਟਰ ਸੋਤਾ, ਮਜਬੂਰੀ ਹੈ ਸਮੇਂ ਦੀ, ਡਾਕਟਰ ਸੋਤਾ ਮਜਬੂਰੀ ਹੈ ਸਮੇਂ ਦੀ, ਮੈਂ ਖਿਮਾ ਚਾਹਾਂਗਾ। ਪਾਪਾ ਉਹ ਲੀਡਰ ਸੀਗੇ ਭੋਜਨ ਛਕਾਉਣ ਲਈ। ਅੱਜ ਦਾ ਲੀਡਰ ਨੇ ਜਿਹੜਾ ਘਰ ਭਰਨ ਲਈ ਤੇ ਆਪਣੀਆਂ ਕੁਰਸੀਆਂ ਨੂੰ ਕਾਇਮ ਰੱਖਣ ਵਾਸਤੇ। ਡਾਕਟਰ ਸੋਤਾ ਥੈਂਕ ਯੂ ਵੈਰੀ ਮਚ, ਡਾਕਟਰ ਸੋਤਾ ਥੈਂਕ ਯੂ ਵੈਰੀ ਮਚ। ਗੁਸ਼ਾ ਜੀ 2 ਲਾਈਨਾਂ ਦਾ ਕਮੈਂਟ ਹੈ, ਕਿਉਂਕਿ ਤੁਹਾਡੇ ਬਾਰੇ ਗੱਲ ਆਈ ਹੈ, ਪਰ ਸਮਾਂ 2 ਲਾਈਨਾਂ ਲਈ ਹੈ। ਦੇਖੋ, ਮੈਂ ਇਹ ਗੱਲ ਕਹਿੰਦੇ ਆ ਵੀ ਜੁਡੀਸ਼ਲੀ ਦੀ ਗੱਲ ਕਰਦੇ ਆ, ਪੀਰ ਮੁਹੰਮਦ ਜੀ ਨੇ ਗੱਲ ਕੀਤਾ ਵੀ ਇਹ ਕਰਦੇ ਆ, ਤੇ ਇਹਨਾਂ ਕੋਲ ਵਕੀਲਾਂ ਦਾ ਪੈਨਲ ਹੈਗਾ। ਇਹ ਕਰਦੇ ਹਰਿਆਣੇ ਦੀ ਕਮੇਟੀ ਦੇ ਪੰਗਾ ਇਹਨਾਂ ਨੇ ਸਾਡੇ ਨਾਲ ਪਾਇਆ। ਸਾਡਾ ਇਲਜ਼ਾਮ ਲਾਇਆ 2015 'ਚ ਕਮੇਟੀ ਬਣਾਈ ਕਾਂਗਰਸ ਵੇਲੇ, ਤੇ ਇਹਨਾਂ ਨੇ 4 ਸਾਲ ਬਾਅਦ, ਨਹੀਂ ਮੈਂ ਦੱਸਦਾ, ਮੈਂ 4 ਸਾਲ ਬਾਅਦ ਇਹਨਾਂ ਨੂੰ ਯਾਦ ਆਇਆ ਕੇਸ ਕਰਨਾ, 4 ਸਾਲ ਬਾਅਦ ਯਾਦ ਆਇਆ, 4 ਸਾਲ ਬਾਅਦ ਜਾਗੇ ਹੈ। ਮਤਲਬ ਕਿ ਸਿਰਫ ਦੂਜਿਆਂ ਤੇ ਲਾਛਨ ਨਾ ਲਾਈਏ, ਆਪਣੇ ਕੋਲ ਵਕੀਲਾਂ ਦੇ ਪੈਨਲ ਆਪਾਂ ਖੜੇ ਕਰੀਏ। ਥੈਂਕ ਯੂ ਵੈਰੀ ਮਚ, ਥੈਂਕ ਯੂ ਵੈਰੀ ਮਚ, ਤੁਹਾਡਾ ਵਿਊ ਪੁਆਇੰਟ ਆ ਗਿਆ, ਬਹੁਤ ਬਹੁਤ ਮਿਹਰਬਾਨੀ। ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਮੁੱਦਾ ਬਹੁਤ ਵੱਡਾ ਹੈ, ਜਿਨ੍ਹਾਂ ਮੁੱਦਿਆਂ ਦੇ ਉੱਤੇ ਆਪਾਂ ਚਰਚਾ ਕੀਤੀ ਹੈ। ਪੰਜਾਬ ਅੰਦਰ ਕਿਉਂ ਡੇਰਾਵਾਦ ਨੂੰ ਲੈ ਕੇ ਉੱਠ ਰਹੇ ਸਵਾਲ। ਆਖਰਕਾਰ ਡੇਰਾ ਸਿਰਸਾ, ਜਦੋਂ ਗੱਲ ਹੁੰਦੀ ਹੈ ਸੁਨਾਮ ਦੀ, ਗੱਲ ਹੁੰਦੀ ਹੈ ਮਾਨਸਾ ਦੀ, ਜਾਂ ਪੰਜਾਬ ਦੇ ਕਿਸੇ ਹੋਰ ਹਿੱਸੇ 'ਚ ਡੇਰਾ ਖੋਲ੍ਹਣ ਦੀ, ਕਿਉਂ ਬੇਚੈਨੀ ਹੁੰਦੀ ਹੈ? ਕਿਉਂਕਿ ਸਿੱਧੇ ਤੌਰ 'ਤੇ ਜਾ ਕੇ ਮਾਮਲਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦਿਆਂ ਨਾਲ ਜਾ ਜੁੜਦਾ ਹੈ। ਸਵਾਲ ਤਾਂ ਵੱਡੇ ਹੈ ਕਿ ਰਾਜਸੀ ਆਗੂ ਇਹਨਾਂ ਮੁੱਦਿਆਂ 'ਤੇ ਸਵਾਲ ਦੇਣਗੇ, ਜਾਂ ਇੱਕ ਰੂਪ ਉਹਨਾਂ ਦਾ ਹੋਏਗਾ ਲੋਕਾਂ ਜਾ ਕੇ ਜਿਹੜਾ ਵਿਰੋਧ ਕਰਨ ਦਾ, ਤੇ ਦੂਜਾ ਰੂਪ ਹੋਏਗਾ ਡੇਰਿਆਂ 'ਚ ਜਾ ਕੇ ਮੱਥੇ ਟੇਕਣ ਦਾ। ਇਹਦਾ ਹੱਲ ਵੀ ਪੰਜਾਬੀਆਂ 'ਤੇ ਆਪਾਂ ਛੱਡ ਕੇ ਆਪਾਂ ਬਹਿਸ ਨੂੰ ਸਮੇਟਦੇ ਹਾਂ। ਪੰਜਾਬੀ ਕਰਨਗੇ ਫੈਸਲਾ ਇਹਨਾਂ ਮੁੱਦਿਆਂ 'ਤੇ। ਤੁਹਾਡੇ ਸਾਰਿਆਂ ਵੱਲੋਂ ਆਪਣੇ ਮਹਿਮਾਨਾਂ ਦਾ ਧੰਨਵਾਦ, ਤੇ ਇਸ ਦੇ ਨਾਲ ਹੀ ਆਪਾਂ ਤੁਹਾਡੇ ਵੱਲੋਂ ਵੀ ਲੈ ਰਹੇ ਹਾਂ ਇਜਾਜ਼ਤ। ਸਤਿ ਸ੍ਰੀ ਅਕਾਲ।